अस्सलाम वालेकुम दोस्तों, लंदन में मौजूद हैं और हमारे साथ हैं मिठा जी। और कल रात को यहाँ पर जो एक प्रोग्राम हुआ ओवरसीज़ का, जो एक बयानिया था पीटीआई ने बनाया हुआ, और बहुत सारी दूसरी चीज़ों के साथ, और बड़े कुछ स्पेशल मिशन पर भी मिठा जी आए हुए हैं। इनसे ये भी पूछेंगे कि इनका जो मिशन है वो कंप्लीट हुआ है कि नहीं हुआ। अस्सलाम वालेकुम। वालेकुम सलाम संगला साहब की हाल चाल है। सब तो पहलो तो मैं ਤੁਹਾਨੂੰ ਮੁਬਾਰਕਬਾਦ ਦਿਆਂਗਾ ਜਿਹੜਾ ਫੰਕਸ਼ਨ ਤੁਸੀਂ ਕੀਤਾ ਔਰ ਇੰਨੀ ਦੁਨੀਆ ਜਿਹੜੀ ਹੈ ਇਹਨੇ ਮੁਸਲਿਮ ਲੀਗੀ ਬਰਤਾਨੀਆ ਦੇ ਵਿੱਚ ਪਹਿਲੇ ਕਦੀ ਨਹੀਂ ਵੇਖੇ कोई शक नहीं। ਔਰ ਇਹ ਮੇਰੇ ਖਿਆਲ ਦੇ ਮੁਤਾਬਕ ਇਮਾਨਦਾਰੀ ਦੇ ਨਾਲ ਅਗਰ ਇਹਦਾ ਤਜ਼ੀਆ ਕੀਤਾ ਜਾਏ जी ਤੇ ਬਰਤਾਨੀਆ ਦੇ ਵਿੱਚ ਓਵਰਸੀਜ਼ ਪਾਕਿਸਤਾਨੀਆਂ ਦਾ ਐਡਾ ਵੱਡਾ ਕਰਾਊਡ ਔਰ ਐਡਾ ਵੱਡਾ ਜਲਸਾ ਕਿਸੇ ਜਮਾਤ ਨੇ ਪਹਿਲੇ ਨਹੀਂ ਕੀਤਾ। ਬੜਾ ਰੌਲਾ ਪਿਆ ਨਾ ਕਿ ਇੱਥੇ ਜੀ ਯੂਥੀਏ ਬਹੁਤ ਜ਼ਿਆਦਾ ਨੇ ਤੇ ਗੰਦ ਬੜਾ ਹੈ ਤੇ ਫਲਾਂ ਹੈ ਤੇ ਢੀਂਗ ਹੈ। ਜਿੰਨਾ ਵੀ ਗੰਦ ਹੈ ਉਹ ਐਵੇਂ 2-4 ਦਰਜਨ 10 ਦਰਜਨ दो दर्जन ਹਾਂ ਉਹ ਲੱਗਦੇ ਇੰਜੀ ਦੇ ਵਿੱਚ ਜਿਵੇਂ ਢੇਰ ਨੇ। ਉਹਦੇ ਵਿੱਚੋਂ ਵੀ ਕੁਝ ਗੰਦੇ ਤੇ ਕੁਝ ਸਾਫ਼। ਮਤਲਬ ਗੰਦ ਹੀ ਨਾ ਯਾਰ ਸਾਰਾ ਉਹਦੇ ਚ ਤੁਸੀਂ ਕੀ ਕੱਢਣਾ ਹੈ? ਇਹ ਜਿਹੜੇ ਇਹ ਝਾੜੂ ਦੇ ਤੀਲੇ ਹੀ ਨੇ ਨਾ ਸਾਰੇ ਗੰਦੇ ਜੂ ਨੇ। ਤੇ ਮੈਂ ਨਾ ਕਿ ਇਹ ਸਾਰਾ ਕ੍ਰੈਡਿਟ ਜਿਹੜਾ ਹੈ ਮੁਸਲਿਮ ਲੀਗ ਨੂਨ ਯੂਕੇ ਨੂੰ ਜਾਂਦਾ ਹੈ, ਤੁਹਾਨੂੰ ਜਾਂਦਾ ਹੈ, ਸਾਰਿਆਂ ਨੂੰ ਖਾਜਾ ਆਸਿਫ ਸਾਹਿਬ ਨੂੰ ਜਾਂਦਾ। ਉਹਨਾਂ ਨੇ ਬੜੀ ਬਿਹਤਰੀਨ ਤਕਰੀਰ ਕੀਤੀ ਔਰ ਦੱਸਿਆ। ਤੇ ਇਹ ਬਹੁਤ ਵੱਡਾ ਇਹ ਮਾਰਕਾ ਸੀ ਜਿਹੜਾ ਮਾਰਿਆ ਗਿਆ ਲੰਡਨ ਦੇ ਵਿੱਚ, ਤੇ ਅਸੀਂ ਵੀ ਉਸ ਮਾਰਕੇ ਦੇ ਵਿੱਚ ਇੱਕ ਛੋਟਾ ਜਿਹਾ ਹਿੱਸਾ ਸੀ ਪਾਇਆ, ਸ਼ਿਰਕਤ ਅਸੀਂ ਵੀ ਕੀਤੀ। ਮਾਸ਼ਾਅੱਲਾ ਬੜਾ ਹਿੱਸਾ ਸੀ ਜੀ ਕੱਲ ਉੱਥੇ। ਜਿਹੜਾ ਇੱਕ ਮੈਂ ਤੇ ਕਹਾਂ ਇਹਦੇ 'ਚ ਕੋਈ ਸ਼ੱਕ ਨਹੀਂ ਕਿ ਬੂਹੇ 'ਚ ਵੜਨ ਤੋਂ ਲੈ ਕੇ ਤੇ ਵਾਪਸ ਆਉਣ ਤੱਕ ਤਸਵੀਰਾਂ ਖਿਚਾ ਕੇ ਮੇਰਾ ਖਿਆਲ ਹੈ ਕਿ ਤੁਸੀਂ ਤੇ ਗਿਣ ਵੀ ਨਹੀਂ ਸਕਦੇ ਕਿੰਨੀਆਂ ਹੋ ਜਾਏਗੀਆਂ। ਤੁਹਾਡਾ ਬੜਾ ਰੋਲ, ਬੜਾ ਅਹਿਮ ਕਿਰਦਾਰ ਹੈ ਤੁਹਾਡਾ ਉਹਦੇ 'ਚ। ਤੁਹਾਨੂੰ ਬਹੁਤ ਸਾਰੇ ਲੋਕ ਵੇਖਣ ਵੀ ਆਏ। ਅੱਛਾ, ਤੁਸੀਂ ਗੱਲ ਤੇ ਕੀਤੀ ਯੂਥੀਆਂ ਦੀ, ਓਵਰਸੀਜ਼ ਯੂਥੀਏ ਦੀ। ਓਵਰਸੀਜ਼ ਯੂਥੀਆਂ ਨੂੰ ਇਸ ਟਾਈਮ ਉਹਨਾਂ ਦੇ ਜਿਹੜੇ ਲੀਡਰ ਨੇ ਉਹਨਾਂ ਨੇ ਕਿਹਾ ਜੀ ਕਿ ਤੁਸੀਂ ਪੈਸੇ ਨਹੀਂ ਕਰਨੇ। ਹੁਣ ਕੱਲ ਦਾ ਐਡਾ ਵੱਡਾ ਸ਼ੋਅ ਵੇਖਣ ਤੋਂ ਬਾਅਦ ਤੁਹਾਨੂੰ ਲੱਗਦਾ ਹੈ ਕਿ ਓਵਰਸੀਜ਼ ਪਾਕਿਸਤਾਨੀ ਜਿਹੜੇ ਨੇ ਉਹ ਕੋਈ ਪੈਸੇ ਪੂਸੇ ਨਹੀਂ ਘੱਲਣਗੇ? ਜਾਂ ਦੇਖੋ ਤੁਹਾਨੂੰ ਪਤਾ ਹੋਣਾ ਚਾਹੀਦਾ ਹੈ ਕਿ ਇਹ ਤਹਿਰੀਕ ਇਨਸਾਫ ਜਿਹੜੀ ਹੈ ਇਹਦਾ ਸਾਰਾ ਮਾਮਲਾ ਹੀ ਝੂਠ ਔਰ ਫਰਾਡ ਹੈ। ਠੀਕ ਲੀਡਰ 2 ਨੰਬਰ, ਠੀਕ ਉਹਦਾ ਘਰ 2 ਨੰਬਰ, ਔਲਾਦਾਂ 2 ਨੰਬਰ, ਬੀਬੀਆਂ 2 ਨੰਬਰ, ਰਜਿਸਟਰੀਆਂ 2 ਨੰਬਰ, ਉਸ ਤੋਂ ਬਾਅਦ ਵਜ਼ਾਰਤ ਉਜ਼ਮਾ 2 ਨੰਬਰ, ਪੈਣ ਵਾਲੇ ਵੋਟ 2 ਨੰਬਰ। ਅੱਗੋਂ ਤੁਸੀਂ ਫਾਰਨ ਫੰਡਿੰਗ ਤੇ ਆ ਜਾਓ, ਅੱਗੋਂ ਤੁਸੀਂ ਅਮਰੀਕੀ ਸਾਜ਼ਿਸ਼ ਤੇ ਆ ਜਾਓ, ਅੱਗੋਂ ਤੁਸੀਂ ਫੋਲਦੇ ਜਾਓ। ਤੁਸੀਂ ਇੱਕ ਇੱਕ ਇਹਦੀ ਇਹ ਚਿੱਲੀ ਫੋਲਦੇ ਜਾਓਗੇ ਤੇ 2 ਨੰਬਰੀ ਨਜ਼ਰ ਆਏਗੀ। ਹੁਣ ਤੁਸੀਂ ਅੰਦਾਜ਼ਾ ਲਾਓ ਸਭ ਤੋਂ ਪਹਿਲੇ ਕਿ ਕੋਈ ਕਿਸੇ ਮੁਲਕ ਦਾ ਵੀ ਬੰਦਾ ਇਹ ਕਹਿ ਸਕਦਾ ਹੈ ਕਿ ਪਾਕਿਸਤਾਨ ਨੂੰ ਦਿਵਾਲੀਆ ਕਰੋ ਔਰ ਪੈਸੇ ਨਾ ਕਰ ਲਓ? ਇਹ ਕੌਣ ਕਹਿੰਦਾ? ਇਹ ਜਿਹੜੇ ਤੁਹਾਡੇ ਮੁਲਕ ਦੇ ਦੁਸ਼ਮਣ ਨੇ ਉਹੀ ਕਹਿ ਸਕਦਾ। ਔਰ ਮੈਂ ਸਮਝਣਾ ਕਿ ਕੋਈ ਯੂਥੀਆ ਇਸ ਕਾਲ ਦੇ ਉੱਤੇ ਅਮਲ ਨਹੀਂ ਕਰੇਗਾ। ਜਿੰਨੇ ਮਰਜ਼ੀ ਉਹ ਬਦਤਮੀਜ਼ ਹੋਣਗੇ, ਜਿੰਨੇ ਮਰਜ਼ੀ ਉਹ ਗੰਦੇ ਹੋਣਗੇ, ਉਹਨਾਂ ਨੂੰ ਪਤਾ ਹੈ ਕਿ ਇਹ ਆਪਣੇ ਮੁਲਕ ਦੇ ਖਿਲਾਫ ਹੈ। ਔਰ ਜੋ ਅਸੀਂ ਕੱਲ ਜੋਸ਼ੋ ਖਰੋਸ਼ ਵੇਖਿਆ ਲੰਡਨ ਦੇ ਵਿੱਚ, ਮੇਰਾ ਨਹੀਂ ਅੰਦਾਜ਼ਾ ਕਿ ਕੋਈ ਬੰਦਾ ਅਲੀਮਾ ਖਾਨ ਦੀ ਇਹ ਜਿਹੜੀ ਬਿੱਲੀ ਕਾਲ ਹੈ ਜਾਂ ਨਿਆਜ਼ੀ ਦੀ ਜਿਹੜੀ ਇਹ ਗੰਦੀ ਕਾਲ ਹੈ ਇਹਦੇ ਉੱਤੇ ਪੈਸੇ ਨਾ ਕਰ ਲਿਆ ਆਪਣੇ ਵਤਨ ਨੂੰ। ਡਬਲ ਪੈਸੇ ਜਾਣਗੇ, ਜ਼ਿਆਦਾ ਜਾਣਗੇ, ਔਰ ਇਹਨਾਂ ਦਾ ਮੂੰਹ, ਇਹ ਜਿਹੜੀ ਇਹਨਾਂ ਦੀ ਆਵਾਜ਼ ਹੈ ਇਹਦੇ ਵਿੱਚ ਵੀ ਕਾਲਾ ਹੋਏਗਾ। ਕੋਈ ਐਸਾ ਕੰਮ ਨਹੀਂ ਜਿਹਦੇ 'ਚ ਇਹਨਾਂ ਦੇ ਮੂੰਹ ਕਾਲੇ ਨਹੀਂ ਹੋਏ। ਤੁਸੀਂ ਫੋਲ ਲਓ ਨਾ ਪਿੱਛੋਂ ਸਾਰਾ, ਕਿਹੜੀ ਗੱਲ ਇਹਨਾਂ ਕੀਤੀ ਹੈ ਤੇ ਉਹ ਪੂਰੀ ਹੋਈ ਹੋਵੇ ਜਾਂ ਥੁੱਕ ਕੇ ਚਟਿਆ ਨਾ ਹੋਏ। ਤੇ ਮਤਲਬ ਕੋਈ ਮੁਲਕ ਦਾ ਜਿਹੜਾ ਦੁਸ਼ਮਣ ਹੀ ਹੋ ਸਕਦਾ ਉਹੀ ਕਵੇਗਾ, ਸੋਚੇਗਾ ਕਿ ਅੱਛਾ ਪੈਸੇ ਨਹੀਂ ਆਣਗੇ, ਮੁਲਕ ਦਿਵਾਲੀਆ ਹੋਏਗਾ, ਫੌਜ ਕਮਜ਼ੋਰ ਹੋਏਗੀ, ਇਹ ਹੋ ਜਾਏਗਾ, ਉਹ ਹੋ ਜਾਏਗਾ। ਤੇ ਉਸੇ ਮੁਲਕ 'ਚ ਬਹਿ ਕੇ ਤੂੰ ਸਿਆਸਤ ਪਿਆ ਕਰਨਾ ਜਿਸ ਮੁਲਕ ਨੂੰ ਤੂੰ ਡੋਬਣਾ ਪਿਆ। ਤੇ ਜੇ ਮੁਲਕ ਤੇਰੀ ਖਿਆਲ 'ਚ ਅਗਰ ਮੁਲਕ ਨਹੀਂ ਰਹਿਣਾ ਤੇ ਮਤਲਬ ਉਹ ਗੱਲ ਤੇ ਉਹ ਠੀਕ ਹੈ ਨਾ। ਫਿਰ ਹਕੀਮ ਸਈਦ ਹਰਾਂ ਦੀ ਤੇ ਸਾਰੀ ਕਿ ਇਹ ਕਿਸ ਮਾਮਲੇ ਵਾਸਤੇ ਇਹਨੂੰ ਆਉਂਦਾ ਹੈ ਕਿ ਹਰ ਲਿਹਾਜ਼ ਨਾਲ ਇਹ ਮੁਲਕ ਜਿਹੜਾ ਉਹਨੂੰ ਤਬਾਹ ਕਰਨਾ ਹੈ। ਠੀਕ ਹੋ ਗਿਆ ਨਾ ਜੀ, ਹਰ ਲਿਹਾਜ਼ ਨਾਲ ਮੁਲਕ ਨੂੰ ਤਬਾਹ ਕਰਨਾ ਹੈ। ਤੇ ਇਹ ਜਿਹੜੀ ਤਹਿਰੀਕ ਹੈ ਇਹ ਵੀ ਠੁੱਸ ਹੈ। ਥੈਂਕ ਯੂ। ਤੇ ਇਹਦੇ 'ਚ ਵੀ ਕੋਈ ਪਾਕਿਸਤਾਨੀ ਹਿੱਸਾ ਨਹੀਂ ਲਏਗਾ। ਔਰ ਮੈਂ ਸਮਝਣਾ ਕਿ ਪੈਸੇ ਜ਼ਿਆਦਾ ਆਉਣਗੇ, ਜ਼ਿਆਦਾ ਮੁਲਕ ਨੂੰ ਫਾਇਦਾ ਹੋਏਗਾ। ਔਰ ਪਾਕਿਸਤਾਨੀ ਜਿਹੜੇ ਓਵਰਸੀਜ਼ ਪਾਕਿਸਤਾਨੀ ਨੇ ਉਹ ਮੁਹਿੱਬੇ ਵਤਨ ਨੇ। ਇਹ ਜਿਹੜੇ 2-4 ਦਰਜਨ ਲੋਕ ਨੇ ਇਹਨਾਂ ਦਾ ਵੈਸੇ ਵੀ ਪਾਕਿਸਤਾਨ ਨਾਲ ਕੋਈ ਤਲਕ ਨਹੀਂ, ਕੋਈ ਲੈਣ ਦੇਣ ਵੀ ਨਹੀਂ ਹੈਗਾ। ਇਹ ਹੁਣ ਜਿਵੇਂ ਇੱਥੇ ਲੰਡਨ ਦੇ ਵਿੱਚ ਮਾਈਆਂ ਨੇ ਆਵਾਰਾ, ਇਹਨਾਂ ਮਾਈਆਂ ਦੇ ਨਾਲ ਇੱਕ ਤਰ੍ਹਾਂ ਗੱਲ ਐਡ ਕਰ ਲਓ, ਕਿਉਂਕਿ ਮੈਨੂੰ ਇਸ ਗੱਲ ਦਾ ਪਤਾ ਹੈ ਕਿ ਨੂਨ ਲੀਗ ਨਾਲੋਂ, ਪਟਵਾਰੀ ਨਾਲੋਂ ਜਿਹੜੀ ਤੁਹਾਡੀ ਫੈਨ ਫਾਲੋਇੰਗ ਉਹ ਯੂਥੀਆ ਤੇ ਯੂਥਨਾ 'ਚ, ਇਹ ਮੈਨੂੰ ਪਤਾ ਹੈ। ਕਿਉਂਕਿ ਤੁਹਾਡੇ ਨਾਲ ਉੱਠੀਗਾ ਬਈਗਾ, ਤੁਹਾਡੇ ਨਾਲ ਗੱਲਬਾਤ ਹੁੰਦੀ ਏ ਕਿ ਤੁਹਾਡੇ ਨਾਲ ਜਿੰਨੇ
ਨੂਨ ਲੀਗ ਵਾਲੇ ਜਾਂ ਪਟਵਾਰੀ ਪਸੰਦ ਕਰਦੇ ਨੇ, ਪਿਆਰ ਕਰਦੇ ਨੇ, ਇਸ ਤੋਂ ਜ਼ਿਆਦਾ ਉਹਨਾਂ ਦਾ ਵਿਊਅਰਸ਼ਿਪ ਤੋਂ ਇਲਾਵਾ ਵੀ ਇਮਰਾਨ ਖਾਨ ਨਾਲ ਕੋਈ ਰਿਸ਼ਤਾ ਹੈ? ਕਿਉਂਕਿ ਅਕਸਰ ਇਹ ਸੁਣਿਆ ਤੁਹਾਡੇ ਕੋਲ ਲੋਕ ਕਹਿੰਦੇ ਨੇ ਯਾਰ ਬਸ ਇਹਦਾ ਨਾਂ ਵੇਚ ਕੇ ਸਾਡੀ ਬੱਲੇ ਬੱਲੇ ਹੋਈ ਹੈ। ਜੀ ਬਿਲਕੁਲ, ਦੇਖੋ ਲੰਡਨ ਦੇ ਵਿੱਚ ਜਿੰਨੀ ਵੀ ਆਵਾਰਾ ਮਾਈ ਆ ਜੀ, ਦਰਜਨ ਦੇ ਕਰੀਬ ਤੇ ਹਨ ਨਾ, ਬਿਲਕੁਲ ਸਹੀ, ਜਿਹੜੀਆਂ ਟਵਿੱਟਰ ਜਾਂ ਟਿਕਟਾਕ ਚਲਾਉਂਦੀਆਂ, ਉਹ ਸਿਰਫ ਔਰ ਸਿਰਫ ਮੁਰਸ਼ਦ ਦਾ ਨਾਮ ਇਸਤੇਮਾਲ ਕਰਕੇ, ਯੂਥੀਆਂ ਨੂੰ ਬੇਵਕੂਫ ਬਣਾ ਕੇ, ਟਿਕਟਾਕ ਦੇ ਉੱਤੇ ਫਾਲੋਅਰ ਲੈ ਕੇ, ਉਸ ਤੋਂ ਇਲਾਵਾ ਉਹਨਾਂ ਦਾ ਕੋਈ ਤਲਕ ਵਾਸਤਾ ਨਹੀਂ। ਉਹਨਾਂ ਨੂੰ ਕੀ ਪਤਾ ਹੈ ਕਿ ਸਿਆਸਤ ਕੀ ਹੈ। ਇਹ ਮਤਲਬ ਹੈ ਮਸਾਜ ਕਰਕੇ ਰੁਪਈਆ 20-30 ਲੈ ਲਿਆ, ਕਿਸੇ ਕੋਲ ਰੋਟੀ ਖਾ ਲਈ, ਟਿਕਟਾਕ ਦੇ 200-400 ਫੁੱਲ ਲੈ ਲਿਆ, ਬਹਿਜਾ ਕਰਾ ਲਈ, ਇੰਨੀ ਕੁ ਸਾਰੀ ਗੱਲ ਹੈ। ਉਸ ਤੋਂ ਇਲਾਵਾ ਉਹਨਾਂ ਦਾ ਇਮਰਾਨ ਖਾਨ ਨਾਲ ਕੋਈ ਲੈਣ ਦੇਣ ਤਲਕ ਵਾਸਤਾ ਨਹੀਂ। ਕਿਸ ਤਰ੍ਹਾਂ ਹੋ ਸਕਦਾ ਹੈ? ਦੇਖੋ ਕੋਈ ਐਸਾ ਪੋਲੀਟੀਕਲ ਬੰਦਾ ਦੱਸੋ ਜਿਹਦਾ ਇਮਰਾਨ ਖਾਨ ਨਾਲ ਕੋਈ ਲੈਣ ਦੇਣ ਹੋਏ। ਸਾਰੇ ਦੇ ਸਾਰੇ ਹੀ ਇੱਕੋ ਕਸ਼ਤੀ ਦੇ ਸਵਾਰ ਨੇ, ਔਰ ਮੈਂ ਸਮਝਣਾ ਕਿ ਉਹਨੂੰ ਇਸ ਹੱਦ ਤੱਕ ਵਾੜਨ ਵਿੱਚ ਇਹ ਜਿਹੜੇ ਬਾਹਰ 2-4 ਦਰਜਨ ਬੈਠੇ ਨੇ, ਇਹਨਾਂ ਦਾ ਜ਼ਿਆਦਾ ਕਸੂਰ ਹੈ, ਜ਼ਿਆਦਾ ਹੱਥ ਹੈ। ਫਵਾਦ ਚੌਧਰੀ ਸਾਹਿਬ ਇਹ ਆਂਦੇ ਪੈ ਨੇ ਨਾ ਜੀ। ਫਵਾਦ ਠੀਕ ਕਹਿ ਰਿਹਾ। ਮੈਂ ਸਮਝਦਾ ਕਿ ਫਵਾਦ ਪਹਿਲੀ ਦਫਾ ਗੱਲ ਕੋਈ ਇਨਸਾਨਾਂ ਵਾਲੀ ਕੀਤੀ ਹੈ ਕਿ ਜਿਹੜੇ ਉਹ ਬਾਹਰ ਬੈਠੇ ਨੇ ਮੁਲਕ ਦੁਸ਼ਮਣ, ਉਹ ਇਹਨੂੰ ਤਬਾਹੀ ਦੀ ਤਰਫ ਲੈ ਕੇ ਜਾ ਰਹੇ ਨੇ, ਔਰ ਇਹ ਉਹਨਾਂ ਨੂੰ ਮਤਲਬ ਕਿ ਉਹਨਾਂ ਦੀ ਗੱਲ ਮੰਨਦਾ ਹੈ ਜਾਂ ਉਹਨਾਂ ਦੇ ਬਿਆਨੀਏ ਲੈ ਕੇ ਚੱਲਦਾ ਹੈ। ਵੇਖੋ ਨਾ, ਬਿਆਨੀਆ ਇੱਕ ਜਮਾਤ ਦਾ ਬਾਹਰੋਂ ਬਣਦਾ ਹੈ, ਠੀਕ, ਤੇ ਅੰਦਰ ਫਿਰ ਕੀ ਹੈ? ਕੁਛ ਵੀ ਨਹੀਂ। ਮਤਲਬ ਉਹਨਾਂ ਦੇ ਲੀਡਰਾਂ ਦੀ ਕੋਈ ਅਹਿਮੀਅਤ ਹੀ ਨਹੀਂ, ਜਿਹੜੀ ਉਹ ਗੱਲ ਕਰਦੇ ਨੇ ਕੋਈ ਗੱਲ ਹੀ ਕੋਈ ਨਹੀਂ, ਜੋ ਬਾਹਰੋਂ ਬਿਆਨੀਆਂ ਚੱਲਦਾ ਉਹੀ ਗੱਲ। ਅੱਛਾ ਖਾਜਾ ਸਾਹਿਬ, ਕੱਲ ਖਾਜਾ ਸਾਹਿਬ ਵੀ ਤੁਸੀਂ ਉਹਨਾਂ ਨੂੰ ਸੁਣਿਆ, ਉਹਨਾਂ ਨੂੰ ਸੁਣ ਕੇ ਤੁਹਾਨੂੰ ਕਿਵੇਂ ਲੱਗਾ? ਮਤਲਬ ਉਸ ਤੁਸੀਂ ਪਹਿਲੇ ਵੀ ਸੁਣਿਆਗਾ, ਲੇਕਿਨ ਕੱਲ ਉਹਨਾਂ ਦੀ ਅਸੀਂ ਇੱਕ ਬੜੀ ਜਾਮਿਆ ਤਕਰੀਰ ਸੁਣੀ ਹੈ, ਤਕਰੀਬਨ 55 ਮਿੰਟ ਉਹਨਾਂ ਨੇ ਗੱਲ ਕੀਤੀ ਹੈ, ਔਰ 55 ਮਿੰਟ ਦੇ ਵਿੱਚ ਮਿੱਠਾ ਜੀ ਉਹਨਾਂ ਨੇ ਚੋਖਾ ਜ਼ੋਰ ਪਾਇਆ ਇਮਰਾਨ ਖਾਨ ਦੇ ਇਸ ਝੂਠ ਫਰੇਬ ਤੇ ਦੱਸਿਆ। ਤੁਸੀਂ ਕਿਵੇਂ ਮਤਲਬ ਨੂੰ ਮਹਿਸੂਸ ਕੀਤਾ ਇਸ ਖਿਤਾਬ ਨੂੰ? ਸਰ ਦੇਖੋ, ਖਾਜਾ ਸਾਹਿਬ ਦਾ ਜਿਹੜਾ ਇਹ ਲੰਡਨ ਦੇ ਵਿੱਚ ਖਿਤਾਬ ਸੀ ਜੀ, ਇਹ ਬੜਾ ਹੀ ਜਾਮਿਆ, ਔਰ ਇਹਦੇ 'ਚ ਉਹਨਾਂ ਨੇ ਉਹ ਪੈਗਾਮ ਦਿੱਤੇ ਨੇ ਜਿਹੜੇ ਪਿਛਲੇ 2-3 ਸਾਲ ਤੋਂ ਅਸੀਂ ਦੋਨੋਂ ਦੇ ਰਹੇ ਹਾਂ ਪੈਗਾਮ। ਸਹੀ ਕਿ ਸਰ ਜੀ, ਸਾਡਾ ਮੁਕਾਬਲਾ ਉਸ ਫਿਤਨੇ ਨਾਲ ਹੈ, ਯਾਨੀ ਕਿ ਪਾਕਿਸਤਾਨ ਦਾ ਮੁਕਾਬਲਾ ਇੱਕ ਫਿਤਨੇ ਨਾਲ ਹੈ, ਔਰ ਉਸ ਫਿਤਨੇ ਨੂੰ ਉਹਦੀ ਜ਼ਬਾਨ ਦੇ ਵਿੱਚ ਗੱਲ ਕਰਕੇ ਅਸੀਂ ਉਹਦਾ ਮੁਕਾਬਲਾ ਕਰਨਾ ਹੈ। ਯਾਨੀ ਕਿ ਉਹਦੇ ਹੱਥ ਤਲਵਾਰ ਹੈ ਤੇ ਅਸੀਂ ਨਾਰੇ ਮਾਰ ਕੇ ਉਹਦੇ ਨਾਲ ਮੁਕਾਬਲਾ ਨਹੀਂ ਕਰ ਸਕਦੇ। ਔਰ ਖਾਜਾ ਸਾਹਿਬ ਬਾਰ-ਬਾਰ ਇੱਕੋ ਹੀ ਗੱਲ ਕਹਿ ਰਹੇ ਸੀ ਕਿ ਇੰਨਾ ਵੱਡਾ ਮਜਮਾ ਹੈ, ਹਜ਼ਾਰਾਂ ਦੀ ਤਾਦਾਦ ਸੀ ਕੱਲ੍ਹ ਲੰਡਨ ਦੇ ਵਿੱਚ, ਔਰ ਬਾਰ-ਬਾਰ ਇੱਕੋ ਗੱਲ ਕਹਿ ਰਹੇ ਸੀ ਕਿ ਭਾਈ ਮਤਲਬ ਕਿ ਤੰਬੀਆਂ ਟੁੰਗ ਕੇ ਤੁਸੀਂ ਇਹਨਾਂ ਦੇ ਪਿੱਛੇ ਚੜ੍ਹਨਾ ਜਿਵੇਂ ਇਹ ਪਾਕਿਸਤਾਨ ਦੇ ਪਿੱਛੇ ਚੜ੍ਹੇ ਨੇ। ਮਤਲਬ ਕਿ ਜਿਹੜੀ ਜ਼ਬਾਨ ਉਹ ਇਸਤੇਮਾਲ ਕਰਦੇ ਨੇ, ਉਸੇ ਜ਼ਬਾਨ 'ਚ ਇਹਨਾਂ ਨੂੰ ਜਵਾਬ ਦੇਣਾ ਤੇ ਇਹ ਫਿਤਨਾ ਅਸੀਂ ਖਤਮ ਕਰਨਾ ਹੈ। ਔਰ ਮੈਂ ਸਮਝਦਾ ਕਿ ਸਿਆਸੀ ਪਾਰਟੀਆਂ ਨੂੰ ਸੋਚਣਾ ਚਾਹੀਦਾ ਹੈ ਕਿ ਖਾਜਾ ਸਾਹਿਬ ਦੇ ਜਿਹੜਾ ਇੱਕ ਲਫ਼ਜ਼ ਹੈ ਉਹ ਹੀਰਿਆਂ ਦੇ ਨਾਲ ਤੋਲਣਾ ਚਾਹੀਦਾ ਹੈ। ਇਹਦੇ ਵਿੱਚ ਹੀ ਹੱਲ ਹੈ। ਇਹ ਕੋਈ ਤਰੀਕਾ ਨਹੀਂ ਕਿ ਇੱਕ ਦੁਸ਼ਮਣ ਜਿਹੜਾ ਮੁਲਕ ਦਾ ਉਹ ਹਮਲੇ ਕਰੀ ਜਾਏ ਤੇ ਅਸੀਂ ਇਸ ਸ਼ਰਾਫਤ 'ਚ ਹੀ ਮਾਰੇ ਜਾਈਏ ਕਿ ਯਾਰ ਅਸੀਂ ਤੇ ਨਹੀਂ ਕਰਦੇ ਗਾਲਮ ਗਲੋਚ, ਅਸੀਂ ਨਹੀਂ, ਤੇ ਉਹ ਤੇ ਫਿਰ ਘੇਰੀ ਜਾ ਰਹੇ ਨੇ ਤੁਹਾਨੂੰ ਹਰ ਪਾਸਿਓਂ। ਬੇਸ਼ੱਕ ਸੋਸ਼ਲ ਮੀਡੀਆ ਤੇ ਹੀ ਹੈ, ਕਿਉਂਕਿ ਹੁਣ ਤੇ ਸਾਰੀ ਜੰਗ ਹੀ ਸੋਸ਼ਲ ਮੀਡੀਆ ਤੇ ਹੈ ਭਾਈ ਜਾਨ, ਠੀਕ ਹੈ ਨਾ। ਸ਼ਰਾਫਤ ਵਾਲਾ ਹੁਣ ਕੋਈ ਦੌਰ ਨਹੀਂ, ਹੁਣ ਤੇ ਇਹ ਕਿ ਇੱਕ ਕਰੋ, ਇੱਕ ਉਹ ਕਰੇ, 10 ਉੱਤੇ ਖਿੱਚੋ। ਦੇਖੋ ਨਾ ਹੁਣ ਜਿਵੇਂ ਖਾਜਾ ਸਾਹਿਬ ਨੇ ਕਿਹਾ ਕਿ ਇਹਦੀਆਂ ਬਦਕਾਰੀਆਂ ਦੀ ਇੱਕ ਲੰਮੀ ਤਵੀਲ ਦਾਸਤਾਨ ਹੈ, ਤੇ ਉਹ ਦਾਸਤਾਨ ਵੀ ਸੱਚੀਆਂ ਸਾਰੀਆਂ, ਤੇ ਅਸੀਂ ਕਿਉਂ ਨਹੀਂ ਸੁਣਾ ਸਕਦੇ ਲੋਕਾਂ ਨੂੰ? ਉਹ ਝੂਠ ਫੈਲਾਉਂਦਾ, ਅਸੀਂ ਸੱਚ ਵੀ ਨਹੀਂ ਫੈਲਾ ਸਕਦੇ। ਖਾਜਾ ਸਾਹਿਬ ਨੇ ਗੱਲ ਕਹੀ ਹੈ ਕਿ ਉਹਦਾ ਤਾਂ ਬਿਆਨੀਆ ਹੀ ਝੂਠ ਹੈ, ਤੇ ਅਸੀਂ ਸੱਚ ਵੀ ਕਿਉਂ ਨਹੀਂ ਫੈਲਾ ਸਕਦੇ ਕਰਮ ਵਾਲੇ? ਤੇ ਇਸ ਵਾਸਤੇ ਮੈਂ ਇਹੀ ਕਹਾਂਗਾ ਕਿ ਜਿੰਨਾ ਵੀ ਮੁਹਿੱਬੇ ਵਤਨ ਪਾਕਿਸਤਾਨੀ, ਔਰ ਖ਼ਾਸ ਤੌਰ ਤੇ ਜਿਹੜਾ ਮੁਸਲਿਮ ਲੀਗ ਨੂਨ ਦਾ ਵਰਕਰ ਹੈ, ਔਰ ਖ਼ਾਸ ਤੌਰ ਤੇ ਜਿਹੜਾ ਓਵਰਸੀਜ਼ ਵਿੱਚ ਬੈਠਾ, ਤੁਸੀਂ ਸੱਜੇ ਖੱਬੇ ਜੋ ਆ ਟਿਕਟਾਕਾਂ ਕਰਦੇ ਹੋ, ਇਹ ਕਰਦੇ ਹੋ, ਉਹ ਕਰਦੇ ਹੋ, ਇੱਕ ਖ਼ਾਸ ਚੀਜ਼ ਲੈ ਕੇ ਚੱਲੋ ਆਪਣੇ ਵਤਨ ਦੀ ਖਾਤਰ, ਔਰ ਇਹਨਾਂ ਦਾ ਮੁਕਾਬਲਾ ਕਰੋ। ਬਿਲਕੁਲ ਠੀਕ ਹੈ। ਅੱਛਾ ਮਿੱਠਾ ਜੀ, ਖਾਜਾ ਸਾਹਿਬ ਦੇ ਤੇ ਜ਼ਾਹਿਰ ਹੈ ਜੋ ਗੱਲਾਂ ਕੀਤੀਆਂ ਨੇ ਵਾਕਈ ਉਹਨਾਂ ਦੇ ਇੱਕ ਲਫ਼ਜ਼ ਨੂੰ ਸੋਨੇ ਦੀਆਂ ਲੜੀਆਂ 'ਚ ਪਰੋਣ ਵਾਲੀ ਗੱਲ ਹੈ। ਇਮਰਾਨ ਖਾਨ ਸਾਹਿਬ ਨੇ ਉੱਥੇ ਓਵਰਸੀਜ਼ ਨੂੰ ਵੀ ਜਿਹੜੀ ਕਾਲ ਕੀਤੀ, ਤੇ ਸਿਵਲ ਨਾਫਰਮਾਨੀ ਦੀ, ਉਹਦੇ ਵਿੱਚ ਬਿੱਲ ਜਮ੍ਹਾਂ ਨਹੀਂ ਕਰਾਣੇ, ਉਹਦੇ ਵਿੱਚ ਗੈਸ ਦੇ ਨਹੀਂ ਜਮ੍ਹਾਂ ਕਰਾਣੇ, ਉਹਦੇ ਵਿੱਚ ਪਤਾ ਨਹੀਂ ਕੋਈ ਸਰਕਾਰੀ ਨੌਕਰੀਆਂ ਵੀ ਛੱਡ ਦੇਣੀਆਂ ਨੇ, ਪਤਾ ਨਹੀਂ ਕੀ ਹੈ, ਉਹਦੇ ਤੇ ਕੋਈ ਅਮਲ ਦਰਾਮਦ ਦੇ ਤੁਹਾਨੂੰ ਚਾਂਸ ਨਜ਼ਰ ਆਉਂਦੇ ਨੇ? ਸਰ ਪਹਿਲੀ ਦਫਾ ਜਦੋਂ ਇਹ ਰੰਗੂ ਨੇ ਕਿਹਾ, ਉਹ ਯਾਦ ਹੈ ਡੀ ਚੌਕ 'ਚ, ਜੀ ਕਿਹਾ ਬਿਜਲੀ ਦੇ ਬਿੱਲ ਪਾੜ ਦਿੱਤਾ ਜੀ, ਤੇ ਜਦੋਂ ਘਰ ਗਿਆ ਤੇ ਆਪਣੇ ਘਰ ਸੋਲਰ ਲੱਗਾ, ਜੀ ਯਾਦ ਹੈ ਨਾ? ਜੀ ਉਹਦੀ ਵਾਈਫ ਜਿਹੜੀ ਰਿਆਮ ਖਾਨ ਨੇ ਕੀ ਕਿਹਾ, ਉਹਨੇ ਕਿਹਾ ਕਿ ਸਾਡੇ ਘਰ ਤੇ ਸੋਲਰ ਲੱਗਾ ਸੀ,
ਔਰ ਇਹਨੇ ਇੰਨੀ ਬਕਵਾਸ ਕੀਤੀ ਹੈ, ਝੂਠ ਬੋਲਿਆ ਬਿਜਲੀ ਦਾ ਬਿੱਲ ਪਾੜ ਕੇ, ਤੇ ਇਹਨੇ ਲੋਕਾਂ ਨੂੰ ਉਦੋਂ ਵੀ ਉਕਸਾਉਣ ਦੀ ਕੋਸ਼ਿਸ਼ ਕੀਤੀ, ਲੇਕਿਨ ਉਦੋਂ ਵੀ ਇਹਨੇ ਹੀ ਆਪਣਾ ਬਿੱਲ ਪਾੜਿਆ ਔਰ ਉਹ ਤਾਰਿਆ ਸੀ ਬਿੱਲ, ਤਾਰਿਆ ਹੋਇਆ ਬਿੱਲ ਪਾੜਿਆ। ਤਾਰਿਆ ਹੋਇਆ ਬਿੱਲ ਪਾੜਿਆ ਔਰ ਲੋਕਾਂ ਨੂੰ ਬੇਵਕੂਫ ਬਣਾਇਆ, ਔਰ ਕੱਲਾ ਬੰਦਾ ਸੀ ਪਾਕਿਸਤਾਨ ਵਿੱਚ ਜਿਹਨੇ ਆਪਣਾ ਬਿੱਲ ਪਾੜਿਆ ਸੀ, ਉਹ ਵੀ ਤਾਰਿਆ ਹੋਇਆ। ਮਤਲਬ ਤੁਸੀਂ ਇੱਥੇ ਕੱਚਾ ਰੂਟ ਜ਼ਰਾ ਚੈੱਕ ਕਰੋ ਨਾ, ਬਈ ਬਿੱਲ ਤਾਰ ਕੇ ਉਹਨੂੰ ਪਾੜਿਆ, ਔਰ ਲੋਕਾਂ ਦੇ ਬੱਚਿਆਂ ਨੂੰ ਕਹਿ ਰਿਹਾ ਕਿ ਬਿੱਲ ਨਾ ਦਿਓ। ਅੱਛਾ ਵੀ ਬਿੱਲ ਨਹੀਂ ਦੇਣਗੇ ਤੇ ਮੀਟਰ ਕੱਟਿਆ ਜਾਏਗਾ, ਮੀਟਰ ਕੱਟਿਆ ਜਾਏਗਾ ਤੇ ਗ੍ਰਿਫਤਾਰੀਆਂ ਹੋਣਗੀਆਂ, ਰਿਕਵਰੀ ਵਾਲੇ ਆਣਗੇ, ਗੈਸ ਕੱਟੀ ਜਾਏਗੀ ਤੇ ਹਾਂਡੀ ਕਿੱਥੇ ਪੱਕੇਗੀ? ਉਤੋਂ ਸਰਦੀਆਂ ਲੰਘਣਗੀਆਂ ਉਤੋਂ ਕਿਵੇਂ? ਸਰਦੀਆਂ ਨੇ, ਅਲੀਮਾ ਦੀ ਬਿੱਲੀ ਤੇ ਹਾਂਡੀ ਪਕਾਣੀ ਹੈ, ਉੱਥੇ 200 ਡਿਗਰੀ ਲਾ ਕੇ ਤੇ ਉੱਥੇ ਚੁੱਲ੍ਹੇ ਰੱਖਣੇ। ਅਜੀਬ ਮਾਮਲਾ। ਕੋਈ ਪਾਕਿਸਤਾਨੀ ਇਸ ਸਿਵਲ ਨਾਫਰਮਾਨੀ ਦੇ ਉੱਤੇ ਨਹੀਂ ਕੰਮ ਕਰ ਸਕਦਾ। ਪਾਕਿਸਤਾਨ ਦੇ ਲੋਕ ਬੜੇ ਮੁਹੱਬੇ ਵਤਨ ਨੇ। ਉਹ ਆ ਤੁਸੀਂ ਵੇਖ ਲਓ, ਇਹ ਜਿੰਨਾ ਇੰਤਸ਼ਾਰ ਸੀ 25-26 ਨਵੰਬਰ ਦਾ, 8-10 ਹਜ਼ਾਰ ਅਫਗਾਨੀ ਸੀ। ਪੰਜਾਬ ਵਿੱਚੋਂ ਇੱਕ ਬੰਦੇ ਦਾ ਨਾਂ ਲਓ, ਸਿੰਧ 'ਚੋਂ ਇੱਕ ਬੰਦਾ ਵਹਾ ਦਿਓ, ਬਲੋਚਿਸਤਾਨ 'ਚੋਂ ਇੱਕ ਬੰਦਾ ਵਹਾ ਦਿਓ, ਪਖਤੂਨਖਵਾ 'ਚੋਂ ਇੱਕ ਬੰਦਾ ਵਹਾ ਦਿਓ। ਇਹ ਸਿਰਫ 8-10 ਹਜ਼ਾਰ ਇੰਤਸ਼ਾਰੀ ਸੀ ਜਿਹੜੇ ਪੈਸੇ ਲੈ ਕੇ ਆਏ ਸੀ। ਇਹ ਉਹ ਨੇ ਜਿਹੜੇ ਫੈਜ਼ ਔਰ ਨਿਆਜ਼ੀ ਲੈ ਕੇ ਆਏ ਤੋਹਫਾ ਪਾਕਿਸਤਾਨ ਦੇ ਵਿੱਚ, ਜਿਹੜਾ ਖਾਜਾ ਸਾਹਿਬ ਕੱਲ ਗਲਤ ਕਰਦੇ ਸੀ। ਤੇ ਭਾਈਜਾਨ, ਜਿਵੇਂ ਉਹ ਕਹਿੰਦੇ ਨਾ ਕਿ ਕਹਾਣੀ ਗਈ ਮੁੱਕ ਤੇ ਕਿੱਲਾ ਗਿਆ ਠੁੱਕ, ਕੌਣ ਆਪਣਾ ਬਿਜਲੀ ਦਾ ਬਿੱਲ ਨਾ ਤਾਰੇ ਇੱਕ ਇਸ ਬਦ ਕਿਰਦਾਰ ਪਿੱਛੇ, ਔਰ ਆਪਣੇ ਉੱਤੇ ਪਰਚੇ ਕਰਵਾ ਲਵੇ ਔਰ ਗਰਦਾਰੀ ਦਾ ਮੁਕੱਦਮਾ ਕਰਵਾ ਲਵੇ। ਕੋਈ ਬੋਲੇ ਤੇ ਸਹੀ ਅਸੈਂਬਲੀ ਦੇ ਵਿੱਚ ਖਲੋ ਕੇ ਕਿ ਸਿਵਲ ਨਾਫਰਮਾਨੀ ਕਰੋ, ਉਸੇ ਟਾਈਮ ਉਹਦੀ ਸੀਟ ਜਿਹੜੀ ਉਹ ਚਲੀ ਜਾਏਗੀ, ਕਿਉਂਕਿ ਇਹ ਤੇ ਸਿੱਧੀ ਸਿੱਧੀ ਗਰਦਾਰੀ ਹੈ ਭਾਈਜਾਨ। ਅਲੀਮਾ ਪਹਿਲੇ ਲਾਸ਼ਾਂ ਮੰਗਦੀ, ਲਾਸ਼ਾਂ ਨਹੀਂ ਮਿਲੀਆਂ, ਫਿਰ ਜ਼ਿੰਦਾ ਲੋਕਾਂ ਨੂੰ ਲਾਸ਼ਾਂ ਬਣਾ ਦਿੱਤਾ, ਉਹ ਬਿਆਨੀਆਂ ਵੀ ਨਾ ਵਿਕਿਆ। ਜਿਹਨੂੰ ਲਾਸ਼ ਬਣਾਇਆ ਉਹੀ ਸਵੇਰੇ ਬੋਲ ਪਿਆ ਕਿ ਮਾਈ ਅਸੀਂ ਜ਼ਿੰਦਾ ਵਾਂ। ਹੁਣ ਕਹਿੰਦੀ ਹੈ ਸਿਵਲ ਨਾਫਰਮਾਨੀ, ਤੇ ਅਲੀਮਾ ਆਪਣੇ ਹੀ ਬਿੱਲ ਪਾੜ ਲਵੇ, ਬਿੱਲ ਵੀ ਪਾੜ ਲਵੇ ਤੇ ਬਿੱਲੀ ਵੀ ਪਾੜ ਲਵੇ, ਵੇਖਿਆ ਕੀ ਬਣਦਾ। ਅੱਛਾ, ਇਹ ਖਾਨ ਸਾਹਿਬ ਦੇ ਘੜਿਆਲਾ ਜੇਲ੍ਹ ਤੋਂ ਬਾਹਰ ਆਉਣ ਦੇ ਚਾਂਸ ਹੈ? ਸੁਣਿਆ ਅੱਜ ਕੱਲ੍ਹ ਮੁਜ਼ਾਕਰਾਤ ਕਰਦੇ ਨੇ। ਜੀ ਬਿਲਕੁਲ ਜੀ, ਖਾਨ ਸਾਹਿਬ ਦੇ ਮੁਜ਼ਾਕਰਾਤ ਚੱਲ ਰਹੇ ਨੇ, ਬਲਕਿ ਕਾਮਯਾਬ ਵੀ ਹੋ ਗਏ ਨੇ। ਅੱਛਾ ਜੀ। ਔਰ ਖਾਨ ਸਾਹਿਬ 4 ਪਾਵਿਆਂ ਵਾਲੀ ਮੰਜੀ ਤੇ ਬਾਹਰ ਆਉਣਗੇ। 4 ਮੰਜਿਆਂ ਵਾਲੀ? ਅੱਛਾ 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 ਅੱਛਾ। ਹਾਂ, ਨੱਕ ਦੇ ਵਿੱਚ ਰੂਈ ਹੋਏਗੀ ਤੇ ਕੰਨਾਂ ਦੇ ਵਿੱਚ ਵੀ ਰੂਈ ਹੋਏਗੀ, ਤੇ 4 ਪਾਵਿਆਂ ਵਾਲੀ ਮੰਜੀ ਤੇ ਆਉਣਗੇ, ਤੇ ਨਾਲ ਨਾਲ 8-10 ਯੂਥੀ ਆਉਣਗੇ ਜਿਹੜੇ ਕਹਿ ਰਹੇ ਹੋਣਗੇ ਕਲਮਾ ਸ਼ਹਾਦਤ, ਕਲਮਾ ਸ਼ਹਾਦਤ, ਕਲਮਾ ਸ਼ਹਾਦਤ। ਇਹ ਉੱਥੋਂ ਨਿਕਲਣਾ। ਬਾਕੀ ਸਭ ਝੂਠ ਨੇ। ਡੀਲ ਫਲਾਣਾ ਜੀ, ਫਲਾਣਾ ਹੋ ਗਿਆ ਜੀ, ਡੀਲ ਹੋ ਗਈ ਹੈ ਜੀ, ਮਾਫੀ ਹੋ ਗਈ ਹੈ ਜੀ, ਪਾਕ ਛੱਡ ਕੇ ਜਾ ਰਿਹਾ, ਅਮਰੀਕਾ ਜਾ ਰਿਹਾ, ਬਰਤਾਨੀਆ ਜਾ ਰਿਹਾ। ਸਰ ਜੀ, ਇੱਕੋ ਹੀ ਹੱਲ ਹੈ ਜਿਹੜਾ DGIS ਪਿਆਰ ਨੇ ਕਿਹਾ, ਅਹਿਮਦ ਸ਼ਰੀਫ ਨੇ, ਕਿ ਜਿੰਨੀ ਦੇਰ ਤੱਕ ਅਸੀਂ ਮਾਸਟਰ ਮਾਈਂਡ ਨੂੰ ਕੈਫਰੇ ਕਿਰਦਾਰ ਤੱਕ ਨਹੀਂ ਪਹੁੰਚਾਵਾਂਗੇ, ਉਨੀ ਦੇਰ ਤੱਕ ਇਹਨਾਂ ਸਜ਼ਾਵਾਂ ਦਾ ਚੱਸ ਨਹੀਂ ਆਉਣੀ। ਉਹਨਾਂ ਕਿਹਾ ਨਾ, ਬਿਲਕੁਲ ਕਿਹਾ ਕਿ ਇਹਨਾਂ ਜਿਹੜੀਆਂ ਸਜ਼ਾਵਾਂ ਇਹ ਗੰਗੂ ਤੇਲੀਆਂ ਨੂੰ ਮਿਲਦੀਆਂ ਨੇ ਪਈਆਂ, ਇਹ ਸਜ਼ਾ ਉਨੀ ਦੇਰ ਤੱਕ ਮੁਕੰਮਲ ਹੀ ਨਹੀਂ ਉਹ ਰੰਗ ਨਹੀਂ ਭਰਿਆ ਜਾਣਾ ਜਿੰਨੀ ਦੇਰ ਤੱਕ ਮਾਸਟਰ ਮਾਈਂਡ ਨੇ ਫੱਟੇ ਨਹੀਂ ਚੜਨਾ। ਤੇ ਭਾਈਜਾਨ, 4 ਪਾਵੇ ਵਾਲੀ ਮੰਜੀ, ਇੱਥੇ ਵੀ ਰੂੰ ਤੇ ਇੱਥੇ ਵੀ ਰੂੰ, ਤੇ ਕਲਮਾ ਸ਼ਹਾਦਤ ਜੇ। ਅੱਗੋਂ ਹੁਣ ਅਲੀਮਾ ਜਾਣੇ ਕਿ ਉਹਨੇ ਮਕਬਰਾ ਕਿੱਥੇ ਬਣਵਾਉਣਾ, ਜਾਂ ਪੀਰ ਨਹੀਂ ਜਾਣੇ ਉਹਨੇ ਮਕਬਰਾ ਕਿੱਥੇ ਬਣਵਾਉਣਾ। ਮਕਬਰੇ ਤੋਂ ਵੀ ਬੜੀ ਲੜਾਈ ਹੋਣੀ ਹੈ। ਅੱਛਾ ਜੀ। ਉਹ ਸਰ ਜੀ, ਉੱਥੇ ਪਾਉਂਡ ਡਾਲਰ ਤੇ ਆ ਕੇ ਵੱਜਣੇ ਨੇ ਕਿ ਨਜ਼ਰਾਨੇ ਮੱਥੇ ਦੇ ਵਿੱਚ ਦੱਥੀਆਂ ਨਹੀਂ ਵੱਜਣੀਆਂ ਉਸ ਮਜ਼ਾਰ ਤੇ ਇਹ 2 ਮਾਈਆਂ ਦੀ ਲੜਾਈ ਕੀ ਹੈ? ਇਹ ਦੋਵੇਂ ਆਮਣੇ ਸਾਹਮਣੇ ਨਾ। ਅੱਛਾ, ਇਹ ਮਤਲਬ ਕਿ ਆਪਣੇ ਇੱਕ ਦੀ ਹਸਬੰਡ ਨਾਲ ਪਿਆਰ ਔਰ ਦੂਜੇ ਦਾ ਭਰਾ ਨਾਲ, ਇਹ ਲੜਾਈ ਨਹੀਂ ਹੈਗੀ? ਉਹ ਭਾਈ, ਲੜਾਈ ਤੇ ਪੈਸੇ ਦੀ ਆ। ਉਹਨਾਂ ਨੂੰ ਪਤਾ ਹੈ ਇਹ ਤੇ ਜਾਂਦਾ ਪਿਆ ਮੰਜੀ ਤੇ, ਤੇ ਬਾਅਦ ਵਿੱਚੋਂ ਜਿਹੜਾ ਸਾਰਾ ਗੰਦ ਹੈ, ਗੰਦੇ ਯੂਥ ਹੀ ਕਿਹਦੇ ਹਿੱਸੇ ਜਾਣੇ ਨੇ। ਕਬਰ ਜਿਹੜੀ ਹੈ ਉਹ ਕਿਹਦੇ ਹਿੱਸੇ ਜਾਣੀ ਹੈ। ਮਜ਼ਾਰ ਦਾ ਪੈਸਾ, ਰਮਲ ਯੂਨੀਵਰਸਿਟੀ, ਉਸ ਤੋਂ ਬਾਅਦ ਸ਼ੌਕਤ ਖਾਨਮ ਮਨੀ ਲਾਂਡਰਿੰਗ ਦਾ ਅੱਡਾ, ਉਸ ਤੋਂ ਬਾਅਦ ਓਵਰਸੀਜ਼ ਯੂਥੀ ਹੈ ਜਿਹੜਾ ਅਸਲ ਮਾਲ। ਇਹ ਟਾਸਾਂ ਅਜੇ ਹੋਣੀਆਂ ਨੇ ਇਹਨਾਂ ਦੋਵਾਂ ਮਾਈਆਂ ਦੇ ਦਰਮਿਆਨ, ਅਜੇ ਟਾਸਾਂ ਪੈਣੀਆਂ ਨੇ। ਇਹ ਸ਼ਾਇਦ ਤੇਰੀ ਤੇ ਇਹ ਸ਼ਾਇਦ ਤੇਰੀ, ਟਾਸ ਕਰ। ਇਹ ਯੂਥੀ ਹੈ ਇਸ ਮੁਲਕ ਦੇ ਤੇਰੇ, ਇਸ ਮੁਲਕ ਦੇ ਉਹਦੇ। ਕਬਰ ਦਾ ਅਗਲਾ ਹਿੱਸਾ ਤੇਰਾ, ਪਿਛਲਾ ਹਿੱਸਾ ਮੇਰਾ। ਇਹ ਚੰਦਾ ਜੁਮੇ ਵਾਲੇ ਦਿਨ ਤੇਰਾ, ਇਤਵਾਰ ਵਾਲੇ ਦਿਨ ਮੇਰਾ। ਇਹ ਅਜੇ ਬੜਾ ਕੁਛ, ਅਜੇ ਪਤਾ ਨਹੀਂ ਇਹ ਪਰਿਆ ਵੀ ਅਸੀਂ ਮਕਾਣੀ ਹੈ ਕਿਸੇ ਦਿਨ। ਅੱਛਾ, ਇਹ ਵੀ ਅਸੀਂ? ਹਾਂ, ਜਦੋਂ ਮੁਰਸ਼ਦ ਨੇ ਜਾਣਾ ਹੈ ਤੇ ਇਹ ਪਰਿਆ ਮੇਰੇ ਖਿਆਲ ਨਾਲ ਪੀਰ ਨਹੀਂ ਸਾਡੀ ਪੁਰਾਣੀ ਯਾਰ, ਸਾਡੇ ਕੋਲ ਹੀ ਮਸ਼ਵਰਾ ਲੈ ਕੇ ਕਰਨਾ। ਤੁਹਾਡੀ ਪੀਰ ਨਹੀਂ ਪੁਰਾਣੀ ਯਾਰ। ਅੱਛਾ ਮਿੱਠਾ ਜੀ, ਸਾਰੀਆਂ ਗੱਲਾਂ ਆਪਣੀ ਜਗ੍ਹਾ ਤੇ, ਲੇਕਿਨ ਟਿਕਾ ਕੇ ਅਗਲਾ ਦੇਸੀ ਕੁੱਕੜ ਅੰਦਰ ਮੁਰਗੀਆਂ ਤੇ ਅੱਗੇ, ਇਹ ਸਵਾਦ ਤੇ ਲੈ ਰਿਹਾ ਨਾ ਮਿੱਠਾ ਜੀ? ਸਰ ਜੀ, ਯਕੀਨ ਕਰੋ ਕਿ ਇਹ ਦੁਨੀਆ ਦਾ ਵਹਿਦ ਕੈਦੀ ਆ। ਠੀਕ। ਜਿਹਨੂੰ ਜੇਲ੍ਹ ਦੇ ਵਿੱਚ ਐਕਸਰਸਾਈਜ਼ ਮਸ਼ੀਨ ਮਿਲੀ ਹੈ, ਜੇਲ੍ਹ ਦੇ ਵਿੱਚ ਨਟਸ, ਮੇਵੇ, ਖਜੂਰਾਂ, ਦਹੀਆਂ,
ਇੰਪੋਰਟਡ ਪਾਣੀ, ਪਤਾ ਨਹੀਂ ਕਿਹੜੇ ਸੀਡ ਕਿਹੜੇ ਨੇ ਸੀਡ ਪਤਾ ਚੀਆ ਨਹੀਂ ਸੀਡ, ਜੀਆ ਸੀਡ ਜਿਹੜੇ ਸੁਣਿਆ ਵੀ ਨਹੀਂ ਕਦੀ। ਚੀਆ ਸੀਡ, ਦੁੱਖ ਮਲੰਗਾ ਜਿਹਨੂੰ ਕਹਿੰਦੇ ਆ, ਠੀਕ ਹੈ। ਔਰ ਉਸ ਤੋਂ ਬਾਅਦ ਹੀਟਰ ਜੀ ਕੂਲਰ ਜੀ ਗੀਜ਼ਰ, ਮਤਲਬ ਕਿ ਉਹ ਤੇ ਇੰਜੀ ਜਿਵੇਂ ਖਾਜਾ ਸਿੰਘ ਗਿਆ ਬਈ ਨਾਨਕੇ ਗਿਆ, ਨਾਨਕੇ ਗਿਆ ਹੈ। ਠੀਕ ਹੈ ਨਾ। ਔਰ ਦੇਸੀ ਚੂਚੇ ਖਾ ਖਾ ਕੇ ਮਤਲਬ ਬਵਾਸੀਰ ਹੋ ਜਾਂਦੀ ਹੈ ਹਰ ਰੋਜ਼। ਇਹ ਸ਼ਲਵਾਰ ਦੇ ਇੱਕ ਪਹੁੰਚੇ ਚ ਦੋਵੇਂ ਲੱਤਾਂ ਫਸਾ ਬਿੰਦਾ। ਹਾਂ ਕਈ ਵਾਰੀ ਫਸਾਈਆਂ। ਅੱਛਾ ਜੀ। ਮੈਨੂੰ ਫਾਲਜ ਹੋ ਗਿਆ, ਫਾਲਜ ਹੋ ਗਿਆ, ਫਾਲਜ ਹੋ ਗਿਆ, ਹਸਪਤਾਲ ਲੈ ਚਲੋ। ਉਹ ਜਦੋਂ ਡਾਕਟਰ ਆ ਕੇ ਵੇਖਦੇ ਨੇ ਕਿ ਟਰੋਜ਼ਰ ਦੀ ਇੱਕ ਪਾਸੇ ਦੋਵੇਂ ਲੱਤਾਂ ਫਸਾ ਕੇ ਉੰਡਾ ਹੋਇਆ ਹੁੰਦਾ। ਉਹ ਭਾਈ ਗਰਮੀ ਚੜੀ ਆ ਚੂਚੇ ਖਾ ਖਾ ਕੇ। ਉਹ ਜਦੋਂ ਦਾ ਫੈਜ਼ ਭਰੀਤਾ ਹੈ ਜੀ ਮੁੰਡਾ ਵੀ ਕੋਈ ਨਹੀਂ ਗਿਆ। ਪਹਿਲੇ ਤਾਂ ਮੁੰਡੇ ਵੀ ਜਾਂਦੇ ਸਨ ਨਾ ਦਿਲ ਪਿਸ਼ੋਰੀ ਕਰਨ, ਤੁਹਾਨੂੰ ਪਤਾ ਨਾ ਜੀ 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 ਜੀ। ਉਹ ਫੈਜ਼ ਜਦੋਂ ਦਾ ਫੜਿਆ ਮੁੰਡੇ ਵੀ ਕੋਈ ਨਹੀਂ ਜਾਂਦੇ। ਉਹ ਜਦੋਂ ਦੇ ਉਹ ਦੋ ਡਿਪਟੀ ਜੇਲਰ ਫੜੇ ਨੇ, ਬਲਾਲ ਤੇ ਅਕਰਮ, ਜੀ ਉਦੋਂ ਦੇ ਮੁੰਡੇ ਵੀ ਨਹੀਂ ਜਾਂਦੇ। ਤੇ ਭਾਈ ਇੰਨੇ ਚੂਚੇ ਖਾ ਕੇ ਤੇ ਉਹ ਗਰਮੀ ਜਿਹੜੀ ਕੱਢਣੀ ਕਿੱਥੇ? ਉਹ ਫਿਰ ਲੱਤਾਂ ਇੱਕ ਚ ਫਸਾ ਕੇ ਤੇ ਕਹਿੰਦਾ ਮੈਨੂੰ ਫਾਲਜ ਹੋ ਗਏ। ਤੇ ਇਹ ਦੁਨੀਆ ਦਾ ਵਹਿਦ ਕੈਦੀ। ਔਰ ਮੈਂ ਸਮਝਦਾ ਕਿ ਇਹ ਪਾਕਿਸਤਾਨ ਦੀ ਜਿਹੜਾ ਨਿਜ਼ਾਮੇ ਇਨਸਾਫ ਹੈ ਉਹਦੇ ਉੱਤੇ ਇਹ ਦੱਬਾ ਹੈ। ਇੱਥੋਂ ਨਜ਼ਰ ਆਉਂਦਾ ਕਿ ਕਿਸੇ ਵਾਸਤੇ ਇਨਸਾਫ ਹੋ ਰਿਹਾ, ਗਰੀਬ ਵਾਸਤੇ ਹੋ ਰਿਹਾ। ਇੱਥੋਂ ਨਜ਼ਰ ਆਉਂਦਾ ਹੈ ਕਿ ਮੁਲਕ ਦੇ ਵਿੱਚ ਦੋ ਕਾਨੂੰਨ ਨੇ। ਜਿਹੜੀ ਬਕਵਾਸੀਅਤ ਇਹ ਕਰਦਾ ਸੀ, ਅੱਜ ਉਹ ਬਕਵਾਸ ਇਹ ਚੱਟ ਰਿਹਾ ਖੁਦ ਕਿ ਮੁਲਕ ਦੇ ਵਿੱਚ ਦੋ ਕਾਨੂੰਨ ਨਹੀਂ ਹੋਣੇ ਚਾਹੀਦੇ। ਅੱਜ ਕੀ ਹੈ? ਦੋ ਕਾਨੂੰਨ, ਦੋ ਕਾਨੂੰਨ ਸਾਬਤ ਹੋ ਰਿਹਾ ਨਾ। ਬਿਲਕੁਲ ਹੋ ਗਿਆ ਨਾ, ਪੂਰੀ ਦੁਨੀਆ ਵੇਖ ਰਹੀ ਹੈ ਨਾ। 4000 5000 ਕੈਦੀ ਹੈ ਡਿਆਲਾ ਦੇ ਵਿੱਚ। ਕਿਆ ਹਰ ਕੈਦੀ ਨੂੰ ਇਹ ਫੈਸਿਲਿਟੀ ਹੈ? ਨਹੀਂ। ਤੇ ਇਹਦਾ ਮਤਲਬ ਕੀ ਹੈ ਕਿ ਜਿਹੜੀ ਵੀ ਇਹਨੇ ਬਕਵਾਸ ਕੀਤੀ ਹੈ ਅੱਜ ਇਹਦੇ ਮੱਥੇ ਦੇ ਵਿੱਚ ਵੱਜਦੀ ਪਈ। ਤੇ ਇਹੋ ਹੀ ਤੇ ਖਾਜਾ ਕਹਿੰਦਾ ਕਿ ਅਸੀਂ ਸੱਚ ਸਾਡੇ ਕੋਲ ਹੈ ਤੇ ਅਸੀਂ ਉਹਨੂੰ ਬਾਹਰ ਨਹੀਂ ਕੱਢ ਸਕਦੇ ਜਾਂ ਲੋਕਾਂ ਤੱਕ ਨਹੀਂ ਪਹੁੰਚਾ ਸਕਦੇ। ਭਾਈਚਾਰ ਜੀ। ਮਿੱਠਾ ਜੀ, ਇਮਰਾਨ ਖਾਨ ਸਾਹਿਬ ਦੇ ਬੜੇ ਪੁਰਾਣੇ ਸਾਥੀ ਸਨ ਸੁਲਮਾਨ ਸਾਹਿਬ। ਉਹਨਾਂ ਨੇ ਕੋਈ ਬੁਸ਼ਰਾ ਬੀਬੀ ਦੇ ਬਾਰੇ ਕੋਈ ਟਵੀਟ ਵਗੈਰਾ ਕੀਤੀ ਕਿ ਫਰਾਡ ਹੈ, ਇਮਰਾਨ ਖਾਨ ਨੂੰ ਮਾਰਨਾ ਚਾਹੁੰਦੀ ਹੈ, IS ਪੇਰੋਲ ਤੇ ਕਬਜ਼ਾ ਕਰਨਾ ਚਾਹੁੰਦੀ ਹੈ। ਉਹ ਤੁਹਾਡੇ ਵਾਲੀ ਗੱਲ ਹੈ। ਬੁਸ਼ਰਾ ਬੀਬੀ ਦੇ ਜਿਹੜਾ ਦਿਮਾਗ ਇਮਰਾਨ ਖਾਨ ਦਾ ਕਿੱਡਾ ਕੰਟਰੋਲ ਵਿੱਚ ਕਿ ਉਹਨੇ ਏਡੇ ਪੁਰਾਣੇ ਸਾਥੀ ਨੂੰ ਵੀ ਫਾਰਗ ਕਰਤਾ? ਦੇਖੋ ਪੀਰਨੀ ਨੂੰ ਲੈ ਕੇ ਕੌਣ ਆਇਆ? ਫੈਜ਼ ਜੀ। ਪੀਰਨੀ ਇਹ ਤੇ ਸੈੱਟ ਸੀ ਮਰੀਮ ਵੱਟੂ ਨਾਲ, ਨਿੱਕੀ ਨਾਲ। ਇਹ ਉਹਦੇ ਨਾਲ ਵਿਆਹ ਕਰਨ ਲੱਗਾ ਸੀ। ਅੱਛਾ ਜੀ। ਮਤਲਬ ਕਿ ਇੰਜ ਹੀ ਸਮਝੋ ਬਈ ਜਿਵੇਂ ਉਹ ਨਹੀਂ ਬਈ ਕੰਡੇ ਤੇ ਰੱਖਿਆ ਤੇ ਤਿਲਕ ਕੇ ਜਾ ਪਿਆ ਵਿੱਚ ਮਾਈਆ। ਬਈ ਨੇੜੇ ਸੀ ਅੱਜ ਬਿਲਕੁਲ। ਮਤਲਬ ਦੁਆਣਾ ਤੁਸੀਂ ਨਹਿਰ ਤੇ ਲੈ ਕੇ ਜਾਂਦੇ ਹੋ, ਛਾਲ ਮਾਰਦੇ ਹੋ, ਤੁਸੀਂ ਕੰਡੇ ਤੇ ਦੁਆਣਾ ਰੱਖਦੇ ਹੋ, ਤੇ ਤੁਸੀਂ ਟੁੱਬੀ ਮਾਰਦੇ ਹੋ, ਦੁਆਣਾ ਵੀ ਤਿਲਕ ਕੇ ਵਿੱਚ ਜਾ ਪੈਂਦਾ। ਫਿਰ ਤੁਸੀਂ ਦੁਆਣਾ ਹੀ ਸਾਰੀ ਰਾਤ ਲੱਭਦੇ ਰਹਿੰਦੇ ਹੋ, ਦੁਆਣਾ ਨਹੀਂ ਲੱਭਦਾ। ਇਹ ਉਹਦੇ ਨਾਲ ਹੋ ਚੱਲਾ ਸੀ। ਇੱਕ ਦੋ ਇਹ ਵੀ ਰਾਵੀ ਐਨ ਕਿ ਉਹ ਕਹਿੰਦੇ ਸੀ ਵੀ ਹੋ ਚੁੱਕਿਆ ਸੀ। ਅੱਛਾ। ਯਾਨੀ ਕਿ ਐਨ ਗਿਆਨ ਹੁੰਦੀ ਸੀ ਵੀ ਸਾਰਾ ਮੁਕਾਬਲਾ ਸੀ। ਉਹ ਤੇ ਫੈਜ਼ ਪੈ ਗਿਆ। ਉਹਨੇ ਕਿਹਾ ਨਹੀਂ ਉਹਦੇ ਨਾਲ ਨਹੀਂ, ਇਹਦੇ ਨਾਲ ਤੂੰ ਕਰਨਾ। ਤੂੰ ਵਜ਼ੀਰ ਆਜ਼ਮ ਅੱਗੋਂ ਬਣਨਾ, ਯਾਨੀ ਕਿ ਜੀ ਪਹਿਲੀ ਲੇਡੀ ਤੂੰ ਬਣਨਾ। ਤੇ ਤੇਰਾ ਇਹ ਰਹਿਮਤੁल्ला ਜਿਹੜਾ ਇਹ ਤੇਰਾ ਮੁਰਸ਼ਦ, ਇਹ ਰਹਿਮਤੁल्ला ਤੈਨੂੰ ਦੱਸੇਗਾ ਸਾਰਾ ਕੁਝ, ਤੂੰ ਅੱਗੋਂ ਦੱਸਣੀ ਹੈ, ਤੂੰ ਉਹਦਾ ਮੁਰਸ਼ਦ ਬਣਨਾ। ਇੱਕ ਇੱਕ ਚੀਜ਼ ਤੈਨੂੰ ਡੇਲੀ ਬੇਸ ਤੇ ਮਿਲੇਗੀ। ਤੇ ਉਹ ਹੈਗਾ ਉਹਦਾ ਇਹ ਕੋਈ ਨਹੀਂ। ਔਰ ਨਾ ਹੀ ਉਹ ਉਹਦੇ ਤੇ ਯਕੀਨ ਰੱਖਦਾ ਇਸਲਾਮ ਤੇ ਚੀਜ਼ਾਂ। ਉਹ ਤੇ ਖੁਦ ਕਹਿੰਦਾ ਰਿਹਾ, ਉਹ ਤੇ ਖੁਦ ਕਿਹਾ ਨਾ। ਤੇ ਉਹਨੂੰ ਇੰਜ ਤੂੰ ਵਰਗਲਾਣਾ। ਇਹ ਫਿਰ ਫੈਜ਼ ਨੇ ਪੀਰਨੀ ਆਂਦੀ ਔਰ ਉਹਨੇ ਉਹਨੂੰ ਘੇਰੂ ਪਾਇਆ। ਘੇਰੂ ਪਾ ਕੇ ਫਿਰ ਉਹ ਇਹਨੂੰ ਮੁਰਸ਼ਦ ਮੰਨ ਗਿਆ। 5-7 ਵਾਰੀ ਜਦੋਂ ਉਹਨੇ ਕਿਹਾ ਵੀ ਕੱਲ ਇਹ ਹੋਣਾ ਹੈ, ਕੱਲ 20 ਵਿਕਟਾਂ ਪੀਪਲਸ ਪਾਰਟੀ ਦੀਆਂ ਡਿੱਗ ਕੇ ਤੇਰੇ ਕੋਲ ਆਣੀਆਂ, ਤੇ ਉਹ ਹੋ ਜਾਂਦਾ ਸੀ। ਉਹ ਫਿਰ ਇਹਦੇ ਗੋਡਿਆਂ 'ਚ ਬਹਿ ਜਾਂਦਾ ਸੀ ਕਿ ਤੈਨੂੰ ਕਿੱਥੋਂ ਪਤਾ ਲੱਗ ਗਿਆ? ਉਹ ਕਹਿੰਦੀ ਮੈਨੂੰ ਬਿਸ਼ਾਰਤ ਆਈ ਹੈ ਕੁਛ ਹੈ। ਮੈਂ ਬਿਸ਼ਾਰਤ ਆਇਆ ਕਿ ਨਜ਼ਾਕਤ ਆਇਆ, ਠੀਕ ਹੈ ਨਾ। ਤੇ ਇਹ ਜਿਹੜਾ ਸਲਮਾਨ ਅਹਿਮਦ ਹੈ ਉਹਨੇ ਸਹੀ ਕਿਹਾ। ਤੁਹਾਨੂੰ ਪਤਾ ਹੈ ਸਲਮਾਨ ਜਿਹੜਾ ਉਹਦੀ ਉਹ ਪ੍ਰਾਪਰਟੀ ਹੈ ਜਿਹੜੀਆਂ ਨੇ ਅਲੀਮਾ ਦੀਆਂ, ਉਹ ਬਿਲਕੁਲ ਸਾਰੀ ਲੋਕ ਆਫਟਰ ਕਰਦਾ, ਕੇਅਰਰ ਹੈ ਜੀ। ਔਰ ਫ੍ਰੀ ਇੱਕ ਫਲੈਟ 'ਚ ਰਹਿੰਦਾ। ਔਰ ਅਸੀਂ ਬਲਕਿ ਬਿਲਡਿੰਗ ਵਹਾਈ ਵੀ ਸੀ ਜਦੋਂ ਮੈਂ ਨਿਊਯਾਰਕ ਗਿਆ ਸੀ। ਤੇ ਇਹ ਉਹ ਸਲਮਾਨ ਅਹਿਮਦ ਉਦੋਂ ਉੱਥੇ ਸੀ। ਤੇ ਇਹ ਉਹਨੇ ਬਿਲਕੁਲ ਸਹੀ ਕਿਹਾ ਕਿ ਸਲਮਾਨ ਅਹਿਮਦ ਨੂੰ ਨਹੀਂ ਪਤਾ ਕਿ ਜੇਲ੍ਹ ਰੋਡ ਤੇ ਇਹ ਰੋਜ਼ਨਾਮਾ ਪਾਕਿਸਤਾਨ ਦੇ ਨਾਲ ਜਿਹੜੇ ਫਲੈਟ ਸੀ ਉੱਥੇ ਕਿੰਨੇ ਸਾਲ ਰਹੀ ਹੈ। ਉਹ ਕੋਈ ਬੱਚਾ, ਠੀਕ ਹੈ ਨਾ ਜੀ। ਕਿਆ ਯਾਰ ਕਿਹਨੂੰ ਨਹੀਂ ਪਤਾ? ਜਿੰਨਾ ਵੀ ਸਿਵਲ ਸਰਵੈਂਟ ਸੀ ਉਸ ਦੌਰ ਦੇ ਵਿੱਚ 80s ਤੋਂ ਲੱਗ ਕੇ ਤੇ 94-95 ਤੱਕ ਸਾਰੇ ਜਾਣਦੇ ਨੇ। ਜਿੰਨਾ ਵੱਡਾ ਅਫਸਰ ਸੀ ਜਿਹਦੇ ਕੋਲ ਥਵੰਟੂ ਹੁੰਦੇ ਸਨ ਕੈਸ਼ ਵਿੱਚ, ਉਹ ਸਾਰੇ ਉੱਥੇ ਹੀ ਜਾਂਦੇ ਸੀ ਗੋਗੀ ਕੋਲ ਦੇ ਕੋਲ। ਇਹ ਗੋਗੀ ਪੁਰਾਣੀ ਵਾਕਫਕਾਰ ਹੈ ਜੀ। ਜੀ ਗੋਗੀ ਇਹ ਅਸਲ ਦੇ ਵਿੱਚ ਫੋਰਟਰਸ ਸਟੇਡੀਅਮ ਦੀਆਂ ਸ਼ਾਪਾਂ ਨੇ ਜਿਹੜੀਆਂ ਜੀ, ਬਿਲਕੁਲ ਉੱਥੇ ਇੱਕ ਸ਼ਾਪ ਤੇ ਕੰਮ ਕਰਦੀ ਸੀ ਕੱਪੜਿਆਂ ਦੀ। ਅੱਛਾ ਗੋਗੀ। ਹਾਂ, ਉੱਥੋਂ ਇਹਨੇ ਉਹਨੂੰ
ਦੋਸਤ ਬਣਾ ਕੇ ਤੇ ਉਹਨੇ ਕਿਹਾ ਤੂੰ ਇਹ ਕੀ ਮਿਹਨਤ ਮਜ਼ਦੂਰੀ ਕਰਨੀ ਹੈ, ਆ ਤੈਨੂੰ ਮੈਂ ਮਿਹਨਤ ਕਰਾਨੀ ਹੈ। ਆ ਤੈਨੂੰ ਮੌਜ ਉਸ ਤੋਂ ਕਰਾਵਾਂ। ਬਾਅਦ ਗੋਗੀ ਦੀ ਭੈਣ ਆ ਮੁਸਰਤ, ਜੀ। ਅਸਲ ਦੇ ਵਿੱਚ ਦਾਣਾ ਉਹ ਹੈ, ਹੂੰ। ਅਸਲ ਅੱਲਾ ਨੇ ਬੜਾ ਉਹਨੂੰ ਹੁਸਨ ਦਿੱਤਾ ਹੈ। ਗੋਗੀ ਦੀ ਭੈਣ। ਗੋਗੀ ਦੀ ਭੈਣ ਜਿਹੜੀ ਮੁਸਰਤ ਤੇ ਇੰਤਹਾ ਦੀ ਖੂਬਸੂਰਤ ਹੈ। ਓਕੇ। ਉਹ ਫਿਰ ਜਦੋਂ ਇਹਨਾਂ ਨੇ ਪਹਿਲੇ 5-6 ਸਾਲ ਆਪਣਾ YBG ਕੀਤੀ, ਉਹ ਫਿਰ ਜਦੋਂ ਇਹ ਥੋੜਾ ਜਿਹਾ ਉਮਰਾਂ ਉਦਾਂ ਗਈਆਂ, ਤਲਕ ਬਣਾ ਲਏ ਹਰ ਪਾਸੇ, ਇੱਕ ਇਨਕਮ ਆਣੀ ਸ਼ੁਰੂ ਹੋ ਗਈ ਲੱਖਾਂ ਦੇ ਹਿਸਾਬ ਤੇ ਉਸ ਦੌਰ 'ਚ, ਫਿਰ ਮੁਸਰਤ ਨੂੰ ਇੰਟਰੋਡਿਊਸ ਕਰਾਇਆ। ਹੂੰ। ਉੱਥੋਂ ਫਿਰ ਇਹਨਾਂ ਨੂੰ ਸਹੀ ਜਾਗ ਲੱਗੀ, ਫਿਰ ਇਹ ਡਿਫੈਂਸ ਸ਼ਿਫਟ ਹੋਏ। ਹੂੰ। ਠੀਕ ਹੈ ਨਾ ਜੀ। ਤੇ ਸਲਮਾਨ ਬਿਲਕੁਲ ਸਹੀ ਕਹਿ ਰਿਹਾ। ਸਲਮਾਨ ਠੀਕ ਕਹਿ ਰਿਹਾ। ਹਾਂ ਕਿ ਇਹ ਪੀਰ ਨਹੀਂ, ਇਹ ਮਿਸ਼ਨ ਤੇ ਹੈ, ਮਿਸ਼ਨ ਤੇ। ਔਰ ਇਹਨੇ ਹੀ ਉਹਨੂੰ ਖਰਾਬ ਕੀਤਾ ਹੈ, ਮਤਲਬ ਕਿ ਸਿਸਟਮ ਵਿੱਚ। ਠੀਕ ਠੀਕ ਠੀਕ, ਕੋਈ ਸ਼ੱਕ ਨਹੀਂ। ਅੱਛਾ, ਇਹ ਜਿਹੜੇ ਓਵਰਸੀਜ਼ ਦੇ ਵਿੱਚ ਕੋਈ ਜਿਹੜੇ ਲੋਕ ਨੇ 2-4 ਅੱਗੇ ਪਿੱਛੇ, ਮਤਲਬ ਕਿ ਖਾਸ ਤੌਰ ਤੇ ਸ਼ਬਾਜ਼ ਗਿੱਲ ਔਰ ਮਈਦ ਪੀਰਜ਼ਾਦਾ ਤੇ ਸਾਬਰ ਸ਼ਾਕਰ, ਇਹ ਬਕਾਇਦਾ ਤੌਰ ਤੇ ਕਿਸੇ ਏਜੰਡੇ ਤੇ ਨੇ? ਇਹਨਾਂ ਦਾ ਮਕਸਦ ਮਤਲਬ ਪਾਕਿਸਤਾਨ ਤੇ ਕਮ ਅਜ਼ ਕਮ ਨਹੀਂ ਹੋ ਸਕਦਾ, ਸਲਾਮਤੀ ਤੇ ਨਹੀਂ ਹੋ ਸਕਦੀ। ਸੁਬਾਹ ਸ਼ਾਮ ਤੁਸੀਂ ਇਹਨਾਂ ਨੂੰ ਵੇਖਦੇ ਹੋ, ਇਹ ਮਤਲਬ ਤੁਹਾਡੇ ਮੁਖਾਲਫ ਪ੍ਰੋਪੇਗੈਂਡਾ ਹੀ, ਜਿਸ ਤਰ੍ਹਾਂ ਕਿ ਉਹ ਜਿਹੜਾ ਹੁਣ ਰਿਚਰਡ ਗਰਨਲ ਹੈ, ਉਹਨੂੰ ਅੱਗੇ ਇਹਨਾਂ ਨੇ ਮਤਲਬ ਲਿਆਤਾ ਕਿ ਇਹ ਹੁਣ ਇਮਰਾਨ ਖਾਨ ਨੂੰ ਰਿਹਾਈ ਕਰਾਏਗਾ, ਤੇ ਉਹ ਕਰਵਾ ਲੇਗਾ ਰਿਹਾਈ ਰਿਚਰਡ ਜਿਹੜਾ। ਸਰ ਦੇਖੋ, ਰਿਚਰਡ ਗਰਨੈਲ ਜਿਹੜਾ, ਉਹਨੂੰ ਤੇ ਪਤਾ ਵੀ ਨਹੀਂ। ਅੱਛਾ ਜੀ। ਕਿ ਪਾਕਿਸਤਾਨ ਕੀ ਹੈ ਤੇ ਕਿੱਥੇ ਆ, ਠੀਕ ਹੈ, ਕਿਸ ਖਿੱਤੇ ਦੇ ਵਿੱਚ ਪਾਕਿਸਤਾਨ ਵਸਦਾ, ਔਰ ਉਹਦੀ ਕੋਈ ਤਾਇਨਾਤੀ ਨਾਲ ਤਲਕ ਵੀ ਨਹੀਂ ਹੈਗਾ, ਉਹਦਾ ਕੀ ਤਲਕ ਆ। ਤੇ ਨਾਲੇ ਪਾਕਿਸਤਾਨ ਜਿਹੜਾ ਇਹ ਕੋਈ ਅਮਰੂਦਾਂ ਦੀ ਰੇੜੀ ਹੈ। ਬਸ ਕੋਈ ਵੀ ਆਏ ਤੇ ਕਵੇ ਕਿ ਆ 2 ਅਮਰੂਦ ਵਿੱਚੋਂ ਮੈਨੂੰ ਦੇ ਦਿਓ। ਠੀਕ ਹੈ ਨਾ ਜੀ। ਇਹ ਜਿਹੜੇ ਸ਼ਬਾਜ਼ ਗਿੱਲ ਹਰੀ ਨੇ, ਮੋਹਿਤ ਪੀਰਜ਼ਾਦਾ ਹਰੀ, ਇਹ ਪਾਕਿਸਤਾਨ ਦੇ ਰੱਦ ਕੀਤੇ ਹੋਏ ਬਦਕਾਰ ਤਰੀਨ ਲੋਕ ਨੇ, ਕਰਪਟ ਤਰੀਨ ਲੋਕ ਨੇ। ਇਹਨਾਂ ਨੇ ਆਪਣੇ ਵਤਨ ਔਰ ਆਪਣੀ ਫੌਜ ਦੇ ਖਿਲਾਫ ਜਿਹੜਾ ਜ਼ਹਿਰ ਫੈਲਾਇਆ ਜਾਂ ਫੈਲਾਉਣ ਦੀ ਕੋਸ਼ਿਸ਼ ਕੀਤੀ ਹੈ। ਇਹਦੀ ਤੇ ਚਲੋ ਐਟ ਸਮ ਸਟੇਜ ਇਹਨਾਂ ਨੂੰ ਸਜ਼ਾ ਮਿਲੇਗੀ ਹੀ ਮਿਲੇਗੀ। ਉਸ ਆਖਿਆ ਅਮਰੀਕੀ ਸਾਜ਼ਿਸ਼ ਨਾ ਮਨਜ਼ੂਰ, ਤੇ ਹੁਣ ਕਹਿੰਦੇ ਨੇ ਕਿ ਟਰੰਪ ਆਏਗਾ, ਰਿਚਰਡ ਗਰਨੇਲ ਹੀ ਚਲੋ ਆ ਜਾਏਗਾ ਤੇ ਸਾਡੇ ਮੁਰਸ਼ਦ ਨੂੰ ਰਿਹਾ ਕਰਾ ਕੇ ਲੈ ਜਾਏਗਾ। ਇਹ ਅਸੀਂ ਅੱਗੇ ਕਈ ਦਫਾ ਕਹਿ ਚੁੱਕੇ ਹਾਂ। ਇੱਥੇ ਚਲੋ ਹੁਣ ਲੰਡਨ ਦੇ ਵਿੱਚ ਬੈਠੇ ਹਾਂ ਤੇ ਇੱਥੇ ਜਿਹੜੀਆਂ ਮਾਈਆਂ, ਅਸੀਂ ਉਹਨਾਂ ਨੂੰ ਮਿਲੇ ਕਰੋਨਾ ਦੌਰ ਦੇ ਵਿੱਚ ਨਾ, ਇਲਫੜ ਵਾਲੀਆਂ ਮਾਈਆਂ ਨੂੰ। ਤੇ ਉਦੋਂ ਨਵਾਂ ਮੁਰਸ਼ਦ ਦੀ ਛੁੱਟੀ ਹੋਈ ਸੀ ਤੇ ਅਮਰੀਕੀ ਸਾਜ਼ਿਸ਼ ਨਾ ਮਨਜ਼ੂਰ ਦਾ ਨਾਰਾ ਚੱਲਿਆ ਸੀ ਜੀ। ਤੇ ਉਹ ਦੂਸਰੋਂ ਮਾਈਆਂ ਨੂੰ ਅਸੀਂ ਮਿਲੇ ਤੇ ਉਹਨਾਂ ਆਪਣੀਆਂ ਚੱਕੀਆਂ ਤੇ ਲਹਾਏ ਆ ਅਮਰੀਕੀ ਸਾਜ਼ਿਸ਼ ਨਾ ਮਨਜ਼ੂਰ, ਤੇ ਇੱਥੇ ਸਾਹਮਣੇ ਟਾਟੂ ਮਾਲਟਿਆਂ ਤੇ ਲਹਾਏ ਆ ਅਮਰੀਕੀ ਸਾਜ਼ਿਸ਼ ਨਾ ਮਨਜ਼ੂਰ। ਤੇ ਕੱਲ ਜਦੋਂ ਮੈਨੂੰ ਮਿਲੀਆਂ ਨਾ ਰਾਤ ਨੂੰ ਜੀ, ਤੇ ਮੈਂ ਕਿਹਾ ਅਮਰੀਕੀ ਸਾਜ਼ਿਸ਼ ਨਾ ਮਨਜ਼ੂਰ ਕੀ ਹੈ? ਤੇ ਕਹਿੰਦੀ ਇਹ ਸਾਡਾ ਅਮਰੀਕਾ, ਪਹਿਲੇ ਨਾ ਮਨਜ਼ੂਰ ਸੀ, ਹੁਣ ਮਨਜ਼ੂਰ ਹੈ। ਉਹਨੇ ਫਿਰ ਵਹਾਇਆ, ਉਹਨੇ ਜਿਹੜਾ ਨਾਂ ਲਿਖਿਆ ਸੀ ਨਾ, ਉਹ ਕੱਟ ਕੇ ਤੇ ਉੱਥੇ ਸਿਰਫ ਮਨਜ਼ੂਰ ਕਰ ਦਿੱਤਾ। ਤੇ ਇਹ ਭਾਈ ਇਹ ਝੂਠੋ ਝੂਠ ਚੁਤਾਲੀ ਹੈ। ਕੋਈ ਇਹ ਪਾਕਿਸਤਾਨ ਬਦਲ ਚੁੱਕੇ ਹੈ, ਬਲਕਿ ਦੁਨੀਆ ਬਦਲ ਚੁੱਕੀ ਹੈ। ਕੋਈ ਕਿਸੇ ਦੇ ਮਾਮਲਾਤ ਵਿੱਚ ਦਖਲ ਨਹੀਂ ਦੇ ਸਕਦਾ। ਪਾਕਿਸਤਾਨ ਅੱਛੇ ਰਿਲੇਸ਼ਨ ਚਾਹੁੰਦਾ ਅਮਰੀਕਾ ਨਾਲ, ਅਮਰੀਕਾ ਵੀ ਅੱਛੇ ਰਿਲੇਸ਼ਨ ਚਾਹੁੰਦਾ ਪਾਕਿਸਤਾਨ ਨਾਲ। ਇਹ ਜਿਹੜੇ 2 ਤਰਫਾ ਤਲਕਾਤ ਨੇ ਸਫਾਰਤੀ ਲਿਹਾਜ਼ ਤੇ ਜਾਂ ਉਂਝ ਵੀ ਇਹ ਚੱਲਦੇ ਰਹਿਣੇ ਨੇ। ਨਾ ਉਹਨਾਂ ਨੂੰ ਸਾਡੀ ਕੋਈ ਲੋੜ ਹੈ, ਨਾ ਸਾਨੂੰ ਉਹਨਾਂ ਦੀ ਕੋਈ ਲੋੜ ਹੈ। ਤੇ ਉਹ ਇਹ ਕਚਰਾ ਜਿਹੜਾ ਇਹਦੇ ਵਾਸਤੇ ਪਾਕਿਸਤਾਨ ਦੀ ਹਕੂਮਤ ਨੂੰ ਕਵੇ ਦਾ ਕਿ ਓਏ ਇਹਨੂੰ ਛੱਡ ਦਿਓ ਵਰਨਾ ਮੈਂ ਇਹ ਕਰ ਦੇਣਾ। ਉਹ ਬਾਈ ਸਾਡੇ ਮਿਜ਼ਾਈਲ ਜਿਹੜੇ ਨੇ ਉਹ 13,000 ਮੀਲ ਤੱਕ ਵੀ ਜਾਂਦੇ ਨੇ, ਤੋੜ ਜਾਂਦੇ ਨੇ ਨਾ, ਧੁਨੀ ਤੱਕ। ਤੇ ਉਹ ਪਾਗਲ ਉਹ ਉਹਨੂੰ ਤੁਹਾਨੂੰ ਇਸਤੇਮਾਲ ਕਰ ਲਿਆ, ਸੀਪੈਕ ਖਰਾਬ ਕਰ ਲਿਆ ਤੇ ਕਸ਼ਮੀਰ ਦੇ ਦਿੱਤਾ ਤੇ ਦੁਨੀਆ ਨਾਲ ਰਾਬਤੇ ਕੱਟ ਦਿੱਤੇ, ਚਾਈਨਾ ਨਾਲ, ਸਾਊਦੀਆ ਨਾਲ, ਸਾਰਾ ਉਹਨਾਂ ਤੇ ਆਪਣਾ ਮਕਸਦ ਪੂਰਾ ਕਰ ਲਿਆ ਨਾ, ਮੋਦੀ ਨੂੰ ਦੇ ਦਿੱਤਾ ਨਾ। ਬਿਲਕੁਲ ਇਸ ਤਰ੍ਹਾਂ। ਤੇ ਫਿਰ ਇਹਦੇ ਕੋਲ ਅਸੈਂਬਲੀ ਤਕਰੀਰ ਵੀ ਕਰਵਾ ਲਈ ਕਿ ਮੈਂ ਹੁਣ ਮੋਦੀ ਨਾਲ ਜੰਗ ਛੇੜ ਦਿਆਂ। ਠੀਕ ਹੈ ਨਾ ਜੀ। ਤੇ ਉਹਨਾਂ ਨੇ ਜੋ ਕਰਵਾਉਣਾ ਸੀ ਕਰਵਾ ਲਿਆ, ਸੀਪੈਕ ਖਤਮ ਕਰਵਾਉਣਾ ਸੀ, ਡਿਲੇ ਕਰਵਾਉਣਾ ਸੀ। ਚਾਈਨਾ ਔਰ ਪਾਕਿਸਤਾਨ ਦਾ ਇੱਕ ਜਿਹੜਾ ਇੱਕ ਦੋਸਤੀ ਸੀ, ਉਹਦੇ ਦਰਾੜ ਪਾੜਨ ਦੀ ਕੋਸ਼ਿਸ਼ ਕੀਤੀ, ਪਈ ਰਹੀ 3-4 ਸਾਲ ਤੁਹਾਡੇ ਸਾਹਮਣੇ। ਹੁਣ ਆ ਕੇ ਅਲਹਮਦੁਲਿਲਾ ਸਾਰਾ ਕੁਝ ਠੀਕ ਹੋਇਆ। ਨਾ ਅਮਰੀਕਾ ਨੂੰ ਛੁਡਾ ਸਕਦਾ ਤੇ ਨਾ ਹੀ ਜਿਹੜੇ ਬਾਹਰ ਬਦਕਾਰ ਯੂਥ। ਲੇਕਿਨ ਇਹਨਾਂ ਦੀ ਤੇ ਰੋਜ਼ੀ ਰੋਟੀ ਸੌਖੀ ਚੱਲਦੀ ਪਈ, ਇਹਨਾਂ ਦੇ YouTube ਚੱਲਦੇ ਪਏ ਨੇ, ਟਿਕਟੋਕਾਂ ਚੱਲਦੀਆਂ ਪਈਆਂ। ਜੇਲ੍ਹ 'ਚ ਰਵੇ ਤੇ ਇਹਨਾਂ ਦੀ ਚੱਲਣੀ। ਹਾਂਜੀ, ਜੇ ਜੇਲੋਂ ਬਾਹਰ ਆ ਗਿਆ ਤੇ ਰੋਜ਼ੀ ਰੋਟੀ ਖਤਮ ਹੋ ਜਾਣੀ। ਜੇ ਇਹ ਮੋਰਾ ਜੇਲੋਂ ਬਾਹਰ ਆ ਜਾਏ ਤੇ ਇਹਨਾਂ ਨੇ ਕੀ ਵੇਚਣਾ YouTube ਤੇ? ਇਮਰਾਨ ਰਿਆਜ਼ ਨੇ ਕੀ ਵੇਚਣਾ? ਜਿਹੜਾ ਰੋਜ਼ ਤਰੀਕ ਦਿੰਦਾ। ਸਦੀਕ ਲੱਲੀ ਨੇ ਕੀ ਵੇਚਣਾ? ਇਹ ਮੋਹਿਤ ਪੀਰਜ਼ਾਦਾ ਨੇ, ਇਹ ਆਦਲ ਰਾਜਾ ਨੇ, ਇਹ ਸ਼ਬਾਜ਼ ਗਿੱਲ ਨੇ, ਇਹਨਾਂ ਨੇ ਕੀ ਵੇਚਣਾ? ਜੇ ਉਹ ਮੋਰਾ ਬਾਹਰ ਆ ਜਾਏ ਇਹਨਾਂ ਨੇ ਕੀ ਵੇਚਣਾ?
ਕੱਖ ਵੀ ਨਹੀਂ, ਇਹਨਾਂ ਕੋਲ ਵੇਚਣ ਵੀ ਕੱਖ ਨਹੀਂ ਹੋਣਾ। ਕੱਖ ਨਹੀਂ। ਇਹ ਭਾਈ ਗੱਲ ਉਹੀ, ਇਹ ਗੱਦਾਰ ਨੇ। ਔਰ ਅਦਾਰਿਆਂ ਨੂੰ ਚਾਹੀਦਾ ਕਿ ਕੋਈ ਦੋ ਤਰਫਾ ਕੋਈ ਮੁਆਹਦੇ ਕਰਕੇ ਇਹਨਾਂ ਨੂੰ ਵਾਪਸ ਬੁਲਾਇਆ ਜਾਏ, ਬੁਲਾ ਕੇ ਫਿਰ ਹਿਸਾਬ ਕੀਤਾ ਜਾਏ। ਹਾਂ, ਯੈਸ, ਬੁਲਾ ਕੇ ਹਿਸਾਬ ਕੀਤਾ ਜਾਏ। ਹੁਣ ਅਦਾਰਿਆਂ ਦੀ ਗੱਲ, ਇੱਕ ਸਵਾਲ ਅਦਾਰਿਆਂ ਦੇ, ਉਸ ਤੋਂ ਬਾਅਦ ਜਦੋਂ ਤੁਸੀਂ ਮਿਸ਼ਨ ਤੇ ਆਏ ਹੋ, ਤੁਹਾਡੇ ਇੱਕ ਮਿਸ਼ਨ ਦਾ ਇੱਕ ਹੋਰ ਵੀ ਹਿੱਸਾ ਹੈ, ਉਹ ਸਾਨੂੰ ਤੁਸੀਂ ਦੱਸਿਆ, ਤੇ ਉਹ ਵੀ ਪੁੱਛਾਂਗੇ, ਉਹ ਵੀ ਪੁੱਛਾਂਗੇ। ਲੇਕਿਨ ਉਸ ਤੋਂ ਪਹਿਲੇ ਤਰ੍ਹਾਂ ਜਿਹੜਾ ਇਹ ਫੌਜ ਤੇ ਤਨਕੀਦ ਕਰਦੇ ਨੇ, ਆਪਣੇ ਅਦਾਰਿਆਂ ਤੇ ਤਨਕੀਦ ਕਰਦੇ ਨੇ, ਕਿਆ ਅਸੀਂ ਫੌਜ ਕਮਜ਼ੋਰ ਹੁੰਦੀ ਇਰਾਕ ਦੇ ਵਿੱਚ, ਲੀਬੀਆ ਦੇ ਵਿੱਚ, ਇਹ ਹੁਣ ਸ਼ਾਮ ਦੇ ਵਿੱਚ ਨਹੀਂ ਵੇਖੀ ਕਿ ਜਦੋਂ ਜਿਸ ਮੁਲਕ ਦੀ ਫੌਜ ਕਮਜ਼ੋਰ ਹੋ ਜਾਵੇ ਉਸ ਤੋਂ ਬਾਅਦ ਉਸ ਮੁਲਕ ਦਾ ਹਾਲ ਕੀ ਹੁੰਦਾ ਹੈ? ਤੇ ਇਹਨਾਂ ਵਾਸਤੇ ਕੀ ਜਿਹੜੇ ਤਨਕੀਦ ਕਰਦੇ ਨੇ ਤਾਂ ਤੁਹਾਡਾ? ਦੇਖੋ, ਜਿਨ੍ਹਾਂ ਮੁਲਕਾਂ ਦੀਆਂ ਫੌਜਾਂ ਟੁੱਟੀਆਂ ਜੀ ਉਹਨਾਂ ਮੁਲਕਾਂ ਦੇ ਹਾਲ ਵੇਖ ਲਓ। ਜੀ, ਹਰ 20 ਕਿਲੋਮੀਟਰ ਬਾਅਦ ਇੱਕ ਨਵੀਂ ਹੁਕੂਮਤ ਆਉਂਦੀ, ਹਰ ਕਬੀਲੇ ਦੀ। ਬਿਲਕੁਲ ਇਸ ਤਰ੍ਹਾਂ ਔਰ ਇੰਨੇ ਇਹ ਪਿਆਰੇ ਔਰ ਖੂਬਸੂਰਤ ਮੁਲਕ ਸੀ। ਜੀ ਜੀ ਉਹੀ ਕੰਪਨੀ ਜਿਸ ਕੰਪਨੀ ਨੇ ਉਹ ਮੁਲਕ ਤੋੜੇ ਨੇ, ਜੀ ਉਹੀ ਕੰਪਨੀ ਪਾਕਿਸਤਾਨ ਇਮਰਾਨ ਖਾਨ ਦੇ ਜ਼ਰੀਏ ਤੋੜਨ ਦੀ ਪਿਛਲੇ 14 ਸਾਲ ਤੋਂ ਕੋਸ਼ਿਸ਼ ਕਰ ਰਹੀ ਹੈ। ਪਾਕਿਸਤਾਨ ਦੀ ਫੌਜ ਨੂੰ ਵੀ ਪਤਾ, ਪਾਕਿਸਤਾਨ ਦੇ ਸਾਰੇ ਸਿਆਸਤਦਾਨਾਂ ਨੂੰ ਵੀ ਪਤਾ। ਮੈਂ ਹਲਫਨ ਕਹਿਣਾ ਕਿ ਇਹ ਉਹ ਰਾਜ ਦੀਆਂ ਗੱਲਾਂ ਨੇ ਜਿਹੜੀਆਂ ਉਹ ਬਾਹਰ ਨਹੀਂ ਕੱਢਦੇ। ਠੀਕ ਹੈ ਨਾ, ਸਭ ਨੂੰ ਪਤਾ। ਮੁਲਕ ਦੀ ਔਰ ਸਲਾਮਤੀ। ਜਿਹੜੇ ਲੋਕ ਆਪਣੀ ਫੌਜ ਦੇ ਗਾਲਮ ਗਲੋਚ ਕਰਦੇ ਨੇ, ਮੈਂ ਸਮਝਣਾ ਕਿ ਕਿਸੇ ਸੂਰਤ ਉਹ ਪਾਕਿਸਤਾਨੀ ਨਹੀਂ ਹੋ ਸਕਦੇ। ਕਦੀ ਸੁਣਿਆ ਕਿਸੇ ਭਾਰਤੀ ਦੇ ਮੂੰਹ? ਕੋਈ ਭਾਰਤੀ ਇੰਨੀ ਦੁਨੀਆ ਦੇ ਵਿੱਚ ਰਹਿੰਦੇ ਨੇ ਕਰੋੜਾਂ ਦੇ ਹਿਸਾਬ ਨਾਲ, ਕਦੀ ਸੁਣਿਆ ਕਿਸੇ ਕਿ ਇੰਡੀਆ 'ਚ ਪੈਸੇ ਨਾ ਕੱਢੋ, ਇਹ ਨਾ ਕਰ ਦਿਓ, ਸਿਵਲ ਨਾ ਫਰਮਾਨੀ ਕਰ ਦਿਓ ਇੰਡੀਆ ਦੀ ਫੌਜ ਨੂੰ? ਕਦੀ ਸੁਣਿਆ ਯਾਰ? ਇਹ ਕੀ ਅੱਗ ਲੱਗੀ ਹੈ? ਤੇ ਉਹੀ ਕੰਪਨੀ ਜਿਹਨੇ ਉਹ 3-4 ਮੁਲਕ ਤੋੜੇ, ਉਹਦੇ ਜ਼ਰੀਏ ਹੀ ਇਹ ਉਹੀ ਕੰਪਨੀ ਇਹਨਾਂ ਨੂੰ ਚਲਾ ਕੇ ਇਹ ਜਿਹੜੇ ਬਾਹਰ ਬੈਠੇ ਨੇ 8-10 ਯੂਟਿਊਬਰ, ਔਰ ਜਿਹੜੇ ਪਾਕਿਸਤਾਨ ਦੇ ਵਿੱਚ ਇਮਰਾਨ ਰਿਆਜ਼ ਵਰਗੇ ਪਖਤੂਨਖਵਾ ਦੇ ਵਿੱਚ ਛੁਪ ਕੇ ਬੈਠੇ ਨੇ, ਉਸੇ ਕੰਪਨੀ ਦੇ ਮੁਲਾਜ਼ਮ ਨੇ। ਔਰ ਇਹਨਾਂ ਨੂੰ ਮੈਂ ਦੱਸਦਾ ਚਲਾਂ, ਪਾਕਿਸਤਾਨ ਦੀ ਫੌਜ ਦੁਨੀਆ ਦੀ ਬਿਹਤਰੀਨ ਫੌਜ ਹੈ। ਜੋ ਮਰਜ਼ੀ ਤੁਸੀਂ ਕਰ ਲਓ, 14 ਸਾਲ ਤੋਂ ਲੱਗਾ ਹੀ ਨਾ ਜੀ, ਮੁਲਕ ਤੋੜਨ ਲੱਗਾ ਹੈ ਨਾ। ਤੇ ਪਾਕਿਸਤਾਨ ਦੀ ਫੌਜ ਨੇ ਮੁਲਕ ਦਾ ਕਿਸ ਤਰ੍ਹਾਂ ਦਫਾ ਕੀਤਾ। ਪਾਕਿਸਤਾਨ ਦੀ ਫੌਜ ਦੇ ਨੌਜਵਾਨ ਅਜੇ ਪਰਸੋਂ 18 ਨੌਜਵਾਨ ਸ਼ਹੀਦ ਹੋਏ ਨੇ ਆਪਣੇ ਵਤਨ ਵਾਸਤੇ, ਆਪਣੀ ਧਰਤੀ ਵਾਸਤੇ, ਆਪਣੀ ਮਾਂ, ਆਪਣੀ ਮਿੱਟੀ ਵਾਸਤੇ। ਔਰ ਇਹ ਉਹ ਫੌਜ ਹੈ ਜਿਹਦੇ 'ਚ ਸਿਰ ਤੋਂ ਲਾ ਕੇ ਪੈਰਾਂ ਤੱਕ ਇੱਕ ਐਸਾ ਜਜ਼ਬਾ ਹੈ, ਜਹਾਦ ਦਾ ਜਜ਼ਬਾ ਹੈ, ਵਤਨ ਨਾਲ, ਮਿੱਟੀ ਨਾਲ ਮੁਹੱਬਤ ਦਾ ਜਜ਼ਬਾ ਹੈ। ਇਹ ਦੁਨੀਆ ਦੀ ਕਿਸੇ ਫੌਜ ਦੇ ਕੋਲ ਨਹੀਂ ਹੈ। ਔਰ ਇਹ ਫੌਜ ਇਹ ਸਦਾ ਸਲਾਮਤ ਰਵੇ, ਔਰ ਇਹ ਪਾਕਿਸਤਾਨ ਦੀ ਸਲਾਮਤੀ ਦੀ ਜ਼ਮਾਨਤ ਹੈ। ਔਰ ਇਹ ਜਿੰਨੇ ਵੀ ਇਹ ਤਰੀਕ ਇਨਸਾਫ ਦੇ ਲੋਕ ਜਿਹੜੇ ਪਾਕਿਸਤਾਨ ਦੀ ਫੌਜ ਨੂੰ ਕਮਜ਼ੋਰ ਕਰਨਾ ਚਾਹੁੰਦੇ ਨੇ, ਉਹ ਸਮਝੋ ਕਾਮਯਾਬ ਨਹੀਂ ਹੋ ਏਜੰਡੇ ਤੇ ਵੇ। ਔਰ ਪਾਕਿਸਤਾਨ ਨੇ ਕਾਇਮ ਰਹਿਣਾ, ਔਰ ਇਸ ਫੌਜ ਨੇ ਇਸ ਮੁਲਕ ਦੀ ਹਿਫਾਜ਼ਤ ਕਰਨੀ ਹੈ ਤਾਂ ਕਿਆਮਤ ਸ਼ਾਦ ਆਬਾਦ ਰਹਿਣਾ ਹੈ ਮੁਲਕ। ਅਲਹਮਦੁਲਿਲਾ, ਅਲਹਮਦੁਲਿਲਾ। ਬੇਟਾ ਜੀ ਆਖਰ ਵਿੱਚ ਦੱਸੋ ਜ਼ਰਾ, ਕਿਸੇ ਤੁਸੀਂ ਹੋਰ ਵੀ ਇੱਕ ਮਿਸ਼ਨ ਤੁਹਾਡਾ ਤੁਸੀਂ ਆਏ ਸੱਜ, ਮੈਂ ਤੁਹਾਡੇ ਕੋਲੋਂ ਗੱਲ ਕਰਦਾ ਪਿਆ ਸਾਂ, ਰਿਹਾਮ ਖਾਨ ਦੀ ਕਿਤਾਬ ਦੇ ਵਿੱਚ ਕੋਈ ਜ਼ਿਕਰ ਕਾਰ ਹੈ, ਤੇ ਤੁਸੀਂ ਕਿਹਾ ਜੀ ਆ ਜਨਾਬ ਲੱਭ ਲਿਆ, ਕੀ ਲੱਭਾ ਜੀ? ਬਿਲਕੁਲ, ਤੁਹਾਨੂੰ ਯਾਦ ਹੋਏਗਾ ਰਿਹਾਮ ਖਾਨ ਦੀ ਕਿਤਾਬ ਦੇ ਵਿੱਚ ਇੱਕ ਜ਼ਿਕਰ ਆਉਂਦਾ ਬਲੈਕਬੈਰੀ ਦਾ। ਜੀ ਬਿਲਕੁਲ ਆਉਂਦਾ। ਔਰ ਉਸ ਬਲੈਕਬੈਰੀ ਦੇ ਵਿੱਚ ਜਿੰਨਾ ਕੋ ਮਵਾਦ ਹੈ ਉਹਦਾ ਵੀ ਜ਼ਿਕਰ ਹੈ। ਤੇ ਉਹ ਇਹ ਬਲੈਕਬੈਰੀ ਸਾਡੇ ਕੋਲ ਹੈ। ਅੱਗੇ ਕੁਝ ਚੀਜ਼ਾਂ ਅਸੀਂ ਤੁਹਾਨੂੰ ਵਿਖਾਈਆਂ, ਇਹ ਤੁਸੀਂ ਵੇਖ ਲਓ। ਔਰ ਇਹਦੇ ਵਿੱਚ ਕੋਈ ਹਜ਼ਾਰਾਂ ਦੀ ਤਾਦਾਦ ਤੇ ਗੰਦਾ ਮਵਾਦ, ਤਸਵੀਰਾਂ ਨੇ, ਤੁਸੀਂ ਵਿਖਾਈਆਂ ਨੇ, ਬਿਲਕੁਲ ਠੀਕ ਹੈ। ਔਰ ਇਹਦੇ 'ਚੋਂ ਕੁੱਤੀ ਵਾਲੇ ਮਾਮਲਾਤ ਵੀ ਨੇ, ਜਮੀਲ ਫਰੂਕੀ ਵਾਲੇ ਮਾਮਲੇ ਵੀ ਨੇ, ਹਮਜ਼ਾ ਅਲੀ ਅਬਾਸੀ ਵਾਲੇ ਮਾਮਲੇ ਵੀ ਨੇ। ਔਰ ਜਦੋਂ ਨਾਲ ਦੇ ਕਮਰੇ 'ਚ ਖਿੱਚੂ ਪ੍ਰੋਗਰਾਮ ਜਿਹੜਾ ਹੁੰਦਾ ਸੀ, ਜੱਲੀਆਂ ਪੈਂਦੀਆਂ ਸਨ ਤੌਲੀਏ ਬੰਨ੍ਹ ਕੇ, ਇਹ 4 ਮੁੰਡੇ ਜਦੋਂ ਕਰਦੇ ਸੀ, ਮੁਰਾਦ ਸਈਦ, ਹਮਜ਼ਾ ਅਲੀ ਅਬਾਸੀ, ਜਮੀਲ ਫਰੂਕੀ ਔਰ ਮੋਹਰਾ, ਉਹ ਸਾਰਾ ਕੁਝ ਇਹਦੇ 'ਚ ਹੈ। ਔਰ ਇਹਦਾ ਫੋਰੈਂਸਿਕ ਵੀ ਹੋ ਚੁੱਕਿਆ। ਅੱਛਾ ਜੀ। ਉਹਦੀਆਂ 10-12 ਕਾਪੀਆਂ ਜਿਹੜੀਆਂ ਨੇ ਉਹ ਵੀ ਹੋ ਚੁੱਕੀਆਂ ਨੇ। ਔਰ ਇਹ ਬੜੀ ਦੇਰ ਤੋਂ, ਮੈਂ ਪਿਛਲੇ 1.5-2 ਸਾਲ ਤੋਂ ਇਸ ਮਿਸ਼ਨ ਤੇ ਸੀ ਜੀ, ਤੇ ਕੁਝ ਚੀਜ਼ਾਂ ਅਸੀਂ ਤੁਹਾਨੂੰ ਵਿਖਾਈਆਂ ਨੇ। ਜੀ 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 ਬਿਲਕੁਲ ਬਿਲਕੁਲ ਬਿਲਕੁਲ। ਆਸਤਾ ਅਸੀਂ ਟੋਟਿਆਂ ਦੇ ਵਿੱਚ ਚੀਜ਼ਾਂ ਜਿਹੜੀਆਂ ਇਹ ਕੱਢਾਂਗੇ ਵੀ। ਅੱਛਾ, ਇਹ ਆਵਾਮ ਨੂੰ ਨਜ਼ਰ ਆਉਣਗੀਆਂ ਜੀ? ਜੀ, ਇਹਦੇ 'ਚ ਜਿਹੜੀਆਂ ਵਹਾਣ ਵਾਲੀਆਂ ਹੋਣਗੀਆਂ, ਜਿਹੜੀਆਂ ਅੱਗੇ ਤੁਸੀਂ ਵੀ ਕਹਿ ਜੀ 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 ਵਿਖਾ ਸਕਦੇ ਆ, ਜੀ 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 ਜੀ, ਜਿਹੜੀਆਂ ਵਹਾਣ ਵਾਲੀਆਂ ਹੋਣਗੀਆਂ ਤਸਵੀਰਾਂ। ਜੀ ਜੀ, ਮਤਲਬ ਜਦੋਂ ਮੁਰਸ਼ਦ ਮੂੰਹ 'ਚ ਮੂੰਹ ਪਾਏ ਆ ਹਮਜ਼ਾ ਅਲੀ ਅਬਾਸੀ ਦੇ, ਉਹ ਤੇ ਅਸੀਂ ਵਿਖਾ ਹੀ ਸਕਦੇ ਹਾਂ। ਇੱਥੋਂ ਉਤਾਂ ਤੇ ਵਿਖਾ ਸਕਦੇ ਆ ਨਾ, ਬਿਲਕੁਲ ਵਿਖਾ ਸਕਦੇ। ਥੱਲੇ ਵਾਲਾ ਖਾਤਾ ਅਸੀਂ ਨਹੀਂ ਵਿਖਾਵਾਂਗੇ। ਤੇ ਕੁਛ ਚੀਜ਼ਾਂ ਅਸੀਂ ਵਿਖਾਵਾਂਗੇ, ਕੁਛ ਚੀਜ਼ਾਂ ਅਸੀਂ ਕਾਲੀ ਵੈਬਸਾਈਟ ਤੇ ਚਾੜਾਂਗੇ। ਭਾਈ ਅਸੀਂ ਕਿਉਂ ਨਾ ਡਾਲਰ ਕਮਾਈਏ? ਹਾਂ, ਜੇ ਮਤਲਬ ਸ਼ਬਾਜ਼ ਗਿੱਲਰ ਹੀ ਬਾਹਰ ਬਹਿ ਕੇ ਕਮਾ ਸਕਦੇ ਆ ਜੀ, ਤੇ ਅਸੀਂ ਕਿਉਂ ਨਾ ਕਮਾਈਏ? ਜੀ, ਇਹ 8-10 ਕਾਪੀਆਂ ਦੀਆਂ ਮਹਿਫੂਜ਼ ਹੱਥਾਂ ਦੇ ਵਿੱਚ ਨੇ। ਠੀਕ ਹੈ ਜੀ। ਤੇ ਇੱਕ ਹੱਥ ਹੈ ਤੁਹਾਡੇ ਸਾਹਮਣੇ ਆ, ਇਹ ਸਾਡੇ ਕੋਲ ਆ ਮਾਮਲਾ ਸਾਰਾ। ਤੇ ਇਹਦੇ 'ਚ ਬਹੁਤ ਸਾਰੇ ਰਾਜ਼ ਨੇ, ਕੁਛ ਅਸੀਂ ਤੁਹਾਨੂੰ ਦੇ ਦਿੱਤੇ ਨੇ। ਜੀ,
ਤੇ ਅਸੀਂ ਮਜ਼ੀਦ ਚੀਜ਼ਾਂ ਵੀ ਤੁਹਾਨੂੰ ਪਾਸ ਆਨ ਕਰਦੇ ਰਹਾਂਗੇ, ਤੁਸੀਂ ਵਕਤਨ ਫਵਕਤਨ ਆਪਣੇ ਵੀ ਇਲਾਕਿਆਂ 'ਚ ਕਰਦੇ ਰਹਿਣਾ। ਤੇ ਇਹ ਮੈਂ ਸਮਝਣਾ ਇਹ ਉਹ ਚੀਜ਼ ਹੈ ਕਿਤਾਬ ਦੇ ਵਿੱਚ ਜੋ ਜੋ ਲਿਖਿਆ ਉਹ ਸਾਰਾ ਕੁਝ ਇਹਦੇ ਵਿੱਚ ਹੈ। ਔਰ 6-7 ਦਿਨ ਲੱਗੇ ਨੇ ਸਾਨੂੰ ਇੱਕ ਇੱਕ ਚੀਜ਼ ਵੇਖਣ 'ਚ। ਜੀ ਜੀ ਜੀ, ਡੈਫੀਨੇਟ ਲੇਕਿਨ ਡੈਫੀਨੇਟ। ਇਹ ਵਿੱਚ ਚੱਸ ਬੜੀ ਆਈ। ਮੁਰਸ਼ਦ ਦੇ ਕਾਰਨਾਮੇ ਜੋ ਲੋਕਾਂ ਨੇ ਸੁਣਿਆ ਨਾ, ਮੁਰਸ਼ਦ ਉਹਦੇ ਤੋਂ 1000 ਦਰਜਾ ਬਦਲਾ। ਜਿਹੜੀ ਉਹ ਮੁਰਸ਼ਦ ਦੀ ਕਾਲ ਹੈ, ਉਹ ਜਿਹੜੀ ਉਹ ਮਲਕ ਨਾਲ ਉਹ ਪਹਿਲਾ ਮਲਕ ਨਾਲ ਹੈ। ਹਾਂਜੀ, ਉਸ ਕਾਲ, ਉਹ ਕਾਲ ਕੁਝ ਵੀ ਨਹੀਂ ਇਹਦੇ ਵਿੱਚ ਜੋ ਸਮਾਨ। ਉਸ ਕਾਲ ਦੇ ਵਿੱਚ ਤੇ ਚਲੋ ਉਹਨੂੰ ਦੱਸ ਰਿਹਾ ਨਾ ਜੀ, ਕਦੀ ਉੱਤੇ ਹੋ, ਕਦੀ ਥੱਲੇ ਕਰ, ਲੱਤ ਇੱਧਰ ਕਰ, ਮੋਢਾ ਉਦੋਂ, ਮਤਲਬ ਉਹ ਤਾਂ ਗੱਲਾਂ ਕਰ ਰਿਹਾ ਨਾ। ਇਹਦੇ ਵਿੱਚ ਪ੍ਰੈਕਟੀਕਲ ਹੈ। ਤੁਸੀਂ ਵੇਖ ਕੇ ਅੱਗੇ ਕੰਨਾਂ ਨੂੰ ਹੱਥ ਲਾਇਆ ਕਿ ਨਹੀਂ ਲਾਇਆ, ਠੀਕ ਹੈ ਨਾ। ਤੇ ਇਹ ਦੇਖੋ ਇਹ ਉਹ ਚੀਜ਼ਾਂ ਨੇ। ਫਿਰ ਮੈਂ ਖਾਜਾ ਸਾਹਿਬ ਤੇ ਵਾਪਸ ਜਾਵਾਂਗਾ ਜੀ, ਕਿ ਸਾਡੇ ਕੋਲ ਸਾਰਾ ਕੁਝ ਸੱਚ ਹੋਣ ਦੇ ਬਾਵਜੂਦ ਵੀ ਅਸੀਂ ਆਵਾਮ ਤੱਕ ਨਹੀਂ ਫੈਲਾ ਸਕਦੇ, ਕਿਉਂਕਿ ਸਾਡੇ ਜਿਹੜੇ ਲੋਕ ਨੇ ਉਹ ਸੋਸ਼ਲ ਮੀਡੀਆ ਤੇ ਨਹੀਂ। ਹੁਣ ਅਸੀਂ 2, 4, 10 ਲੋਕ ਇਹ ਸਾਰਾ ਬੇੜਾ ਉਠਾ ਕੇ ਲਗੇ ਫਿਰਨੇ ਆ। 26 ਕਰੋੜ ਆਵਾਮ ਹੈ। ਆਵਾਮ ਨੂੰ ਸਾਹਮਣੇ ਆਉਣਾ ਚਾਹੀਦਾ ਹੈ। ਸਾਹਮਣੇ ਆਓ, ਆਪਣੇ ਮੁਲਕ ਵਾਸਤੇ ਕੰਮ ਕਰੋ ਔਰ ਇਸ ਫਿਤਨੇ ਨੂੰ ਬੇਨਕਾਬ ਕਰੋ। ਹਰ ਰੋਜ਼ ਬੇਨਕਾਬ ਕਰੋ, ਲੋਕਾਂ ਨੂੰ ਸੱਚ ਦੱਸੋ। ਉਹਦਾ ਝੂਠ ਵਿਕਦਾ ਪਿਆ ਔਰ ਸਾਡਾ ਸੱਚ ਜਿਹੜਾ ਉਹ ਸਾਈਡ ਤੇ ਹੋ ਕੇ ਬੈਠਾ ਹੈ। ਤੇ ਮੈਂ ਇਹੀ ਅਪੀਲ ਕਰਾਂਗਾ ਫਿਰ ਕਿ ਆਪਣੇ ਮੁਲਕ ਦੀ ਖਾਤਰ ਆਪਣੇ ਵਤਨ ਦੇ ਨਾਲ ਖੜੇ ਹੋ ਜਾਓ, ਆਪਣੀ ਫੌਜ ਦੇ ਨਾਲ ਖੜੇ ਹੋ ਜਾਓ, ਸੀਸਾ ਪਲਾਈ ਦੀਵਾਰ ਦੀ ਤਰ੍ਹਾਂ ਖੜੇ ਹੋ ਜਾਓ ਔਰ ਆਪਣੇ ਵਤਨ ਦੀ ਮਜ਼ਬੂਤੀ ਵਾਸਤੇ ਕੰਮ ਕਰੋ। ਔਰ ਇਹ ਫਿਤਨੇ ਦੇ ਆਖਰੀ ਦਿਨ ਚੱਲਦੇ ਨੇ ਪਏ, ਉਸ ਤੋਂ ਬਾਅਦ ਇਹ ਫਿਤਨਾ ਇਨਸ਼ਾਅੱਲਾ ਤਾਲਾ ਆਪਣੇ ਅੰਜਾਮ ਨੂੰ ਪਹੁੰਚੇਗਾ। ਮਿੱਠਾ ਜੀ, ਤੁਹਾਡਾ ਹਮੇਸ਼ਾ ਦੀ ਤਰ੍ਹਾਂ ਬੜਾ ਸ਼ੁਕਰੀਆ। ਤੁਸੀਂ ਬੜਾ ਪਿਆਰ ਵੀ ਕਰਦੇ ਹੋ, ਮੁਹੱਬਤ ਵੀ ਕਰਦੇ ਹੋ। ਤੁਹਾਡੀ ਇੰਨੀ ਫੈਨ ਫਾਲੋਇੰਗ, ਲੋਕ ਤੁਹਾਨੂੰ ਸੁਣਦੇ ਨੇ। ਅਸੀਂ ਤਾਂ ਤੁਹਾਡੇ ਤੋਂ ਹਮੇਸ਼ਾ ਹੀ ਤੁਹਾਡੇ ਅਸੀਂ ਫੈਨ ਆ। ਸਾਡੀ ਇਹ ਕੋਸ਼ਿਸ਼ ਹੁੰਦੀ ਹੈ ਕਿ ਜਦੋਂ ਤੁਹਾਡੇ ਨਾਲ ਕਿਤੇ ਗੱਲ ਹੋਵੇ, ਅਸੀਂ ਮਤਲਬ ਲੋਕਾਂ, ਕਿਉਂਕਿ ਲੋਕ ਬਹੁਤ ਜ਼ਿਆਦਾ ਕਹਿੰਦੇ ਵੀ ਨੇ ਕਿ ਮਿੱਠਾ ਜੀ ਨੂੰ ਕਿਧਰੇ ਕਿਧਰੇ ਤਕਲੀਫ ਦਿਆ ਕਰੋ, ਲੇਕਿਨ ਮੈਨੂੰ ਕਿਉਂਕਿ ਤੁਹਾਡੀ ਜ਼ਿੰਦਗੀ ਦੇ ਜਿਹੜੇ ਸ਼ਡਿਊਲ ਨੇ, ਮੈਨੂੰ ਪਤਾ ਤੁਹਾਡੀ ਜਿਹੜੀ ਮਸਰੂਫੀਅਤ ਹੈ ਸਾਰਾ ਉਹਦਾ, ਮੈਂ ਉਹਦੇ ਬਾਵਜੂਦ ਤੁਹਾਡਾ ਸ਼ੁਕਰਗੁਜ਼ਾਰ ਹਾਂ ਔਰ ਉਮੀਦ ਕਰਨੇ ਆ ਕਿ ਕਿਸੇ ਟਾਈਮ ਅਸੀਂ ਪਾਕਿਸਤਾਨ ਇਕੱਠੇ ਹੋਵਾਂਗੇ। ਤੇ ਜਦੋਂ ਪਾਕਿਸਤਾਨ ਇਕੱਠੇ ਹੋਵਾਂਗੇ ਤੇ ਉੱਥੇ ਫਿਰ ਉਹ ਜਿਹੜੇ ਸ਼ੁਗਲ ਮੇਲੇ ਨੇ ਉਹਨਾਂ ਨੂੰ ਵੀ ਅਸੀਂ ਮਤਲਬ ਕਿ ਕੈਪਚਰ ਕਰਾਂਗੇ, ਲੋਕਾਂ ਨੂੰ ਵਿਖਾਵਾਂਗੇ, ਲੋਕਾਂ ਨੂੰ ਦੱਸਾਂਗੇ। ਅੱਲਾਹ ਤਾਲਾ ਜ਼ਾਤ ਤੁਹਾਡਾ ਜਿਹੜਾ ਸਾਇਆ ਤੁਹਾਡੇ ਬੱਚਿਆਂ ਤੇ ਕਾਇਮ ਰਵੇ ਜੀ, ਤੁਹਾਡੀ ਫੈਮਿਲੀ ਖੁਸ਼ ਰਵੇ, ਤੁਹਾਡੇ ਬਜ਼ੁਰਗਾਂ ਨੂੰ ਸਿਹਤ ਦੇਵੇ। ਸਾਡੀਆਂ ਦੁਆਵਾਂ ਤੁਹਾਡੇ ਨਾਲ ਨੇ। ਤੇ ਲਾਲੇ ਜਿਹੜੇ ਨੇ ਹੁਣ ਸਾਨੂੰ ਮਤਲਬ ਉਹ ਸਾਡਾ ਯਾਰ ਕੀ ਕਹਿੰਦਾ ਹੁੰਦਾ ਹੈ, ਅਬਦੁਰਮਾਨ, ਬੰਦ ਕਰ ਦਿਓ। ਬਹੁਤ ਸ਼ੁਕਰੀਆ। ਥੈਂਕ ਯੂ ਵੈਰੀ ਮਚ। ਥੈਂਕ ਯੂ ਜੀ, ਥੈਂਕ ਯੂ, ਥੈਂਕ ਯੂ, ਥੈਂਕ ਯੂ।